जी करदा ਏ तेरे कोल रुक जावां तेरी बुक्कल दे विच मुक जावां हंझू बन के निकलां तेरियां अखां चों तेरियां गल्लां ते आके रुक जावां यादां दा बनावां एक ओट आसरा ओले जे होके किते छुप जावां तेरी सूरत विचों रब दिसदा उहदे मूहरे अज मैं झुक जावां रुख दे उत्ते लिपटी वेल दे वांगू तैनूं लिपटां ते मैं सुक जावां अजरां तो सुत्ती नूं आण छूहे तेरा सुपना तकदी उठ जावां मुहब्बत पाक पवित्र कोरी फट्टी तेरे नां दा पहला अखर बन जावां साह लैना भावें भुल जे मैनू बिट्टू तेरे साहां दे विच घुल जावां बह गयो वलैत विच जाके की लब्बा बेदर्दावे साडी अल्लड़ा दी नींद गवा के कड्डना रुमाल दे गयो वे हाँ जी तुम सुन रहे हो देसी रेडियो 1602 AM अनमोल गीतां दी बहार बिट्टू दे नाल अज साडे कोल पंजाबी ਸਾਹਿਤਕਾਰਾ ਕਵਿਤਰੀ परजिंदर कौर कलेर जी ने आपां उन्हां नाल गल्लां बातां करांगे परजिंदर कौर जी देसी रेडियो ते तुहाडा स्वागत है जी आयां नूं सत श्री अकाल जी बहुत बहुत शुक्रिया बिट्टू जी इस मंच ते मैनूं मौका देण दा थैंक यू सो मच परजिंदर जी आम तौर ते पंजाबी नां बड़े सोहणे हुंदे ने ते तुहाडा जिहड़ा नां परजिंदर नां ही बड़ा ਸਾਹਿਤਕ ਜਿਹਾ ਲੱਗਦਾ बड़ा लिटरेरी ਜਿਹਾ ਲੱਗਦਾ कि ਤੁਹਾਡੇ पेरेंट्स ਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਕਵਿਤਾਵਾਂ ਲਿਖੋਗੇ ਜਾਂ ਬਾਅਦ ਵਿੱਚ ਨਾਮ ਬਦਲਿਆ ਨਹੀਂ ਨਾਮ ਤੇ ਪਹਿਲਾਂ ਤੋਂ ਹੀ ਇਹੀ ਸੀ ਬਦਲਿਆ ਨਹੀਂ ਹੈ ਤੇ ਤੁਸੀਂ ਜੇ ਗੱਲ ਕੀਤੀ ਹੈ ਤੇ ਮੈਂ ਇੱਥੇ ਸ਼ੇਅਰ ਕਰਨਾ ਚਾਹਾਂਗੀ ਕਿ ਮੇਰੇ ਫਾਦਰ ਸੀ ਜਿਹੜੇ ਹਾਂਜੀ ਉਹ ਵੀ ਮਤਲਬ ਲਿਖਦੇ ਨੇ ਫਾਦਰ ਵੀ ਪਹਿਲਾਂ ਲਿਖਦੇ ਰਹੇ ਨੇ ਤੇ ਸ਼ਾਇਦ ਇਹ ਮਤਲਬ ਇਸੇ ਕਰਕੇ ਮੇਰੇ ਕਿਉਂਕਿ ਇਹ ਲੱਗਦਾ ਹੀ ਹੈ ਕਿ ਇਹ ਨਾਮ ਕਿਸੇ ਸਾਹਿਤਕਾਰ ਨੇ ਰੱਖਿਆ ਹੋਇਆ ਲੱਗਦਾ ਜਿੱਦਾਂ ਕਿਸੇ ਲਿਖਣ ਵਾਲੇ ਦਾ ਰੱਖਿਆ ਲੱਗਦਾ ਹਾਂਜੀ ਉਹਨਾਂ ਨੇ ਮੇਰਾ ਨਾਮ ਰੱਖਿਆ ਹੈ ਤੇ ਮੇਬੀ ਕੋਈ ਐਵੇਂ ਦੀ ਗੱਲ ਹੋਵੇ ਤੇ ਸੋ ਲਿਖਣ ਦੀ ਚੇਟਿਕ ਸੋ ਤੁਹਾਨੂੰ ਫਿਰ ਘਰ ਦੇ ਵਿੱਚੋਂ ਹੀ ਜਾਗ ਲੱਗਿਆ ਹੈ ਹਾਂਜੀ ਅਸਲ 'ਚ ਮੈਨੂੰ ਤੇ ਵੈਸੇ ਪਤਾ ਨਹੀਂ ਸੀ ਕਿ ਉਹ ਲਿਖਦੇ ਨੇ ਤੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਹੈ ਉਸ ਤੋਂ ਕਾਫੀ ਸਮੇਂ ਬਾਅਦ ਮੈਨੂੰ ਉਹਨਾਂ ਨੇ ਮੇਰੇ ਨਾਲ ਇੱਕ ਗੱਲ ਸਾਂਝੀ ਕੀਤੀ ਹਾਂ ਅਸੀਂ ਉਹਨਾਂ ਨੂੰ ਗਾਉਂਦੇ ਸੁਣਦੇ ਹੁੰਦੇ ਸੀਗੇ ਜਦੋਂ ਅਸੀਂ ਛੋਟੇ ਸੀਗੇ ਤੇ ਇਹ ਨਹੀਂ ਸੀ ਪਤਾ ਕਿ ਉਹ ਖੁਦ ਦੇ ਲਿਖੇ ਵੀ ਗਾ ਰਹੇ ਨੇ ਜਾਂ ਕਿਸੇ ਦੇ ਕਿਉਂਕਿ ਸਾਨੂੰ ਇਹਨਾਂ ਨਹੀਂ ਸੀ ਪਤਾ ਤੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਜਦੋਂ ਮੈਂ ਗੱਲ ਕੀਤੀ ਫਿਰ ਉਹਨਾਂ ਨੇ ਦੱਸਿਆ ਕਿ ਮੈਂ ਵੀ ਲਿਖਦਾ ਹੈ
ਤੇ ਉਹਨਾਂ ਨੇ ਆਪਣੇ ਕੁਝ ਕਵਿਤਾਵਾਂ ਕੁਝ ਗੀਤ ਫਿਰ ਮੈਨੂੰ ਜਦੋਂ ਸੁਣਾਏ ਫਿਰ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਇਹ ਮੇਰੇ ਖੂਨ 'ਚ ਸੀਗਾ ਜੋ ਆਪਣੇ ਆਪ ਹੀ ਮਤਲਬ ਕਿ ਬਾਹਰ ਆ ਗਿਆ। ਸੋ ਕੀ ਤੁਹਾਡੇ ਖੂਨ 'ਚ ਗਾਇਕੀ ਵੀ ਬਾਹਰ ਆ ਰਹੀ ਹੈ ਜਾਂ ਕੱਲੀ ਕਵਿਤਾਵਾਂ ਹੀ ਆ ਰਹੀਆਂ ਹਨ? ਮੈਂ ਆਪਣਾ ਲਿਖਿਆ ਕੋਸ਼ਿਸ਼ ਕਰਦੀ ਹਾਂ ਕਿ ਆਪਣੇ ਹਿਸਾਬ ਨਾਲ ਗਾਉਣ ਦੀ, ਕਿਉਂਕਿ ਉਹਦੇ ਨਾਲ ਫਿਰ ਕੀ ਹੁੰਦਾ ਕਿ ਜਦੋਂ ਅਸੀਂ ਗਜ਼ਲ ਲਿਖਦੇ ਹਾਂ ਗੀਤ ਲਿਖਦੇ ਹਾਂ ਉਹਦਾ ਜਿਹੜਾ ਉਹਦੇ ਵਿੱਚ ਜੋ ਬੈਲੈਂਸ ਹੁੰਦਾ ਉਹਦੀ ਬਹਿਰ ਹੁੰਦੀ ਹੈ ਉਹ ਸੈੱਟ ਹੋ ਜਾਂਦੀ ਹੈ ਤੇ ਉਹਦੇ ਨਾਲ ਸਾਨੂੰ ਸ਼ਬਦਾਂ ਦਾ ਜੋ ਭਾਰ ਤੋਲ ਹੁੰਦਾ ਹੈ ਉਹ ਸਾਰਾ ਪਤਾ ਲੱਗ ਜਾਂਦਾ ਹੈ ਤੇ ਉਸ ਨੂੰ ਮੈਂ ਥੋੜਾ ਗਾ ਕੇ ਦੇਖਦੀ ਹਾਂ ਫਿਰ ਉਸਦੇ ਨਾਲ ਸਾਰੀ ਗਜ਼ਲ ਜਾਂ ਗੀਤ ਜੋ ਹੈਗਾ ਹੈ ਉਹ ਸੈੱਟ ਹੋ ਜਾਂਦਾ ਹੈ। ਕਿਉਂ ਨਾ ਫਿਰ ਆਪਾਂ ਪਹਿਲਾਂ ਗਾ ਕੇ ਸੁਣੀਏ ਤੁਹਾਡੇ ਕੋਲੋਂ, ਫਿਰ ਅੱਗੇ ਤੁਰੀਏ ਗੱਲ। ਠੀਕ ਹੈ, ਹਾਂਜੀ। ਮੈਂ ਆਪਣਾ ਲਿਖਿਆ ਇੱਕ ਗੀਤ ਹੈਗਾ ਹੈ, ਹਾਂਜੀ, ਉਹਨੂੰ ਮੈਂ ਇੱਥੇ ਸੁਣਾਉਣਾ ਚਾਹਾਂਗੀ। ਹਾਂਜੀ, ਉਹ ਸੀਗਾ, ਉਹ ਮੈਂ ਏਦਾਂ ਲਿਖਿਆ ਸੀ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਆਪਸ ਦੇ ਜੋ ਰਿਲੇਸ਼ਨਸ ਹੈਗੇ ਆ ਤੇ ਉਹਨਾਂ ਦੇ ਉੱਪਰ ਮੈਂ ਲਿਖਿਆ ਸੀਗਾ। ਉਹ ਆਪਸ ਦੇ ਉਹਨਾਂ ਦੇ ਸੰਬੰਧ ਹੈਗੇ ਆ ਜੋ ਵੀ, ਜਾਂ ਦੋਵੇਂ ਜਿਹੜੇ ਲੋਕ ਹੈਗੇ ਨੇ ਪਾਕਿਸਤਾਨ ਦੇ ਹਿੰਦੁਸਤਾਨ ਦੇ, ਉਹ ਆਪਸ ਚ ਕੀ ਸੋਚਦੇ ਨੇ, ਇੱਕ ਦੂਜੇ ਬਾਰੇ ਕੀ ਸੋਚਦੇ ਨੇ, ਉਹਦੇ ਬਾਰੇ ਮੈਂ ਲਿਖਿਆ ਸੀਗਾ ਤੇ ਉਸਨੂੰ ਮੈਂ ਖੁਦ ਹੀ ਗੁਨਗੁਨਾ ਕੇ ਥੋੜਾ ਵੇਖਿਆ ਸੀਗਾ। ਉਸਦਾ ਸਿਰਲੇਖ ਹੈ ਇੱਕ ਬੰਦਾ। ਹਾਂਜੀ, ਤੇ ਇਸਨੂੰ ਮੈਂ ਗਾ ਕੇ ਸੁਣਾਵਾਂਗੀ। ਹਾਂਜੀ। ਇੱਕ ਬੰਦਾ ਜੋ ਮੇਰੇ ਵਰਗਾ ਰਹਿੰਦਾ ਏ ਸਰਹੱਦੋਂ ਪਾਰ, ਦੁੱਖ ਸੁੱਖ ਮੇਰੀ ਉਹਦੇ ਵਰਗੀ ਰਹਿੰਦਾ ਏ ਸਰਹੱਦੋਂ ਪਾਰ, ਤਾਂਗ ਕਦੇ ਨਾ ਮੁੱਕਦੀ ਮੇਰੀ ਉਹਨੂੰ ਜਾ ਕੇ ਮਿਲਣੇ ਦੀ, ਮੇਰੇ ਵਰਗੀ ਭਾਸ਼ਾ ਹੀ ਉਹ ਰਹਿੰਦਾ ਏ ਸਰਹੱਦੋਂ ਪਾਰ। ਇਹ ਗੀਤ ਲਿਖਿਆ ਸੀਗਾ ਤੇ ਇਸ ਦੀਆਂ ਮਤਲਬ ਮੈਂ ਚਾਰ ਲਾਈਨਾਂ ਇੱਥੇ ਸ਼ੇਅਰ ਕੀਤੀਆਂ ਨੇ ਤੇ ਇਸਨੂੰ ਇਸ ਤਰੀਕੇ ਦੇ ਨਾਲ ਗਾ ਕੇ ਤੇ ਫਿਰ ਇਸਨੂੰ ਸੈੱਟ ਕੀਤਾ ਸੀ। ਸੋ ਇਹਦਾ ਮਤਲਬ ਜਦੋਂ ਤੁਸੀਂ ਕਵਿਤਾ ਲਿਖਦੇ ਹੋ ਪਹਿਲਾਂ ਉਹਨੂੰ ਮਤਲਬ ਮਨ ਹੀ ਮਨ ਗੁਣਾ ਕੇ ਗਾ ਕੇ ਦੇਖਦੇ ਹੋ ਤਾਂ ਫਿਰ ਅੱਗੇ ਤੁਰਦੇ? ਹਾਂਜੀ ਹਾਂਜੀ, ਮਤਲਬ ਹਰ ਕਵਿਤਾ ਨਾਲ ਐਵੇਂ ਨਹੀਂ ਹੁੰਦਾ, ਕਵਿਤਾ ਦੇ ਕਈ ਰੂਪ ਹੁੰਦੇ ਨੇ, ਕੁਛ ਖੁੱਲੀਆਂ ਕਵਿਤਾਵਾਂ ਹੁੰਦੀਆਂ ਨੇ ਤੇ ਕੁਛ ਹੁੰਦੀਆਂ ਨੇ ਜਿਨ੍ਹਾਂ ਵਿੱਚ ਲੈਅ ਹੁੰਦੀ ਹੈ। ਜਿਹੜੀ ਕਵਿਤਾ ਵਿੱਚ ਲੈਅ ਹੁੰਦੀ ਹੈ, ਬਹਿਰ ਹੁੰਦੀ ਹੈ, ਉਸਨੂੰ ਗਾ ਸਕਦੇ ਹਾਂ ਅਸੀਂ, ਗੁਣਗੁਣਾ ਸਕਦੇ ਹਾਂ। ਤੇ ਜਿਹੜੀ ਖੁੱਲੀ ਕਵਿਤਾ ਹੁੰਦੀ ਹੈ ਉਸਨੂੰ ਅਸੀਂ ਕਿਉਂਕਿ ਉਹ ਖੁੱਲੀ ਹੁੰਦੀ ਹੈ, ਉਸਦੇ ਵਿੱਚ ਲੈਅ ਜ਼ਰੂਰੀ ਨਹੀਂ ਹੈ ਕਿ ਲੈਅ ਹੋਵੇ, ਉਸਦੇ ਵਿੱਚ ਹੁੰਦਾ ਹੈ ਕਿ ਇੱਕ ਭਾਵ ਚੱਲਦਾ ਹੈ ਅਖੀਰ ਦੇ ਵਿੱਚ, ਉਸਦੇ ਵਿੱਚ ਸਸਪੈਂਸ ਜਿਹੜਾ ਚੱਲਦਾ ਉਹ ਅਖੀਰ ਤੱਕ ਚੱਲਦਾ ਹੈ, ਅਖੀਰ ਦੇ ਵਿੱਚ ਉਹ ਖਤਮ ਹੁੰਦਾ ਹੈ। ਤੇ ਉਹ ਖੁੱਲੇ ਸ਼ਬਦ ਹੁੰਦੇ ਨੇ, ਉਸਦੇ ਵਿੱਚ ਅਸੀਂ ਜਸਟ ਆਪਣੇ ਜਜ਼ਬਾਤ ਜਿਹੜੇ ਹੈਗੇ ਆ ਉਹ ਸ਼ੇਅਰ ਕਰਦੇ ਹਾਂ। ਜਿਹੜੀ ਮਤਲਬ ਖੁੱਲੀ ਕਵਿਤਾ ਔਰ ਜਿਹੜੀ ਵਾਰਤਕ ਆ ਉਹਨਾਂ 'ਚ ਕਿੰਨਾ ਕੁ ਫਰਕ ਹੁੰਦਾ? ਖੁੱਲੀ ਕਵਿਤਾ ਫਿਰ ਵੀ, ਵਾਰਤਕ ਜਿਹੜਾ ਹੈ ਉਸਨੂੰ ਅਸੀਂ ਬਿਲਕੁਲ ਖੁੱਲੇ ਸ਼ਬਦ ਹੁੰਦੇ ਆ, ਅਸੀਂ ਪੂਰੇ ਸੈਂਟੈਂਸ ਕੰਪਲੀਟ ਕਰਕੇ ਉਸਨੂੰ ਇਸ ਤਰੀਕੇ ਨਾਲ ਲਿਖਦੇ ਹਾਂ। ਪਰ ਖੁੱਲੀ ਕਵਿਤਾ ਜਿਹੜੀ ਹੁੰਦੀ ਹੈ ਉਸਦੇ ਵਿੱਚ ਪੂਰਾ ਸਾਨੂੰ ਜਿਹੜਾ ਕੀ ਕਹਿ ਲਓ ਸੈਂਟੈਂਸ ਉਹ ਪੂਰਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਅਸੀਂ ਕੁਛ ਸ਼ਬਦ ਚੁਣਦੇ। ਜਿਵੇਂ ਮੇਰੇ ਕੋਲ ਇੱਥੇ ਇੱਕ ਖੁੱਲੀ ਕਵਿਤਾ ਮੈਂ ਤੁਹਾਨੂੰ ਸੁਣਾਉਣੀ ਹਾਂ ਤੇ ਮੈਂ ਕਾਫੀ ਸਮੇਂ ਪਹਿਲਾਂ ਲਿਖੀ ਸੀਗੀ। ਇਸਦਾ ਸਿਰਲੇਖ ਸੀਗਾ ਗੁਮਨਾਮ ਮੈਂ। ਤੇ ਗੁਮਨਾਮ ਮੈਂ ਦਾ ਜਿਹੜਾ ਵਿਚਾਰ ਸੀਗਾ ਇਹ ਐਵੇਂ ਆਇਆ ਸੀ ਕਿ ਜਿਹੜੀ ਇੱਕ ਔਰਤ ਹੁੰਦੀ ਹੈ ਉਸਦਾ ਸਾਰੀ ਜ਼ਿੰਦਗੀ ਕਦੇ ਵੀ ਉਸਦਾ ਆਪਣਾ ਨਾਮ ਨਹੀਂ ਬਣਦਾ, ਉਸਨੂੰ ਹਮੇਸ਼ਾ ਕਿਸੇ ਹੋਰ ਦੇ ਨਾਮ ਤੋਂ ਹੀ ਅਸੀਂ ਜਾਣਦੇ ਹਾਂ। ਅਸੀਂ ਕਹਿੰਦੇ ਹਾਂ ਕਿ ਹਾਂ ਇਹ ਕਿਸੇ ਦੀ ਵਾਈਫ ਹੈ, ਇਹ ਕਿਸੇ ਦੀ ਬੇਟੀ ਹੈ। ਸੋ ਇਸ ਤਰੀਕੇ ਦੇ ਨਾਲ ਮੇਰੇ ਮਨ 'ਚ ਜੋ ਵਿਚਾਰ ਆਏ ਸੀ ਉਹਨੂੰ ਮੈਂ ਖੁੱਲੀ ਕਵਿਤਾ ਦੇ ਤੌਰ ਤੇ ਲਿਖਿਆ ਸੀਗਾ। ਤੇ ਇਸਦੇ ਬੋਲ ਨੇ, ਮੇਰਾ ਨਾਮ ਮੈਨੂੰ ਯਾਦ ਨਹੀਂ, ਅਕਸਰ ਭੁੱਲ ਜਾਂਦੀ ਹਾਂ, ਮੈਨੂੰ ਯਾਦ ਹੈ ਅੰਮੀਏ ਤੂੰ ਮੇਰਾ ਨਾਮ ਬੜੇ ਪਿਆਰ ਦੁਲਾਰ ਨਾਲ ਰੱਖਿਆ ਸੀ। ਤੂੰ ਦੱਸਿਆ ਜਦ ਲੋਕਾਂ ਕਿਹਾ ਕਿ ਸਵਰਨੇ ਘਰ ਗੁੱਡੀ ਹੋਈ ਹੈ, ਫਿਰ ਕਿੰਨਾ ਚਿਰ ਮੇਰਾ ਨਾਮ ਗੁੱਡੀ ਹੀ ਰਿਹਾ। ਫਿਰ ਸਵਰਨੇ ਦੀ ਗੁੱਡੀ ਦੀ ਪੜ੍ਹਾਈ ਵੀ ਪੂਰੀ ਹੋ ਗਈ। ਸੱਚ ਯਾਦ ਆਇਆ ਕਿਵੇਂ ਵਿਆਹ ਪੱਕਾ ਹੋਣ ਤੇ ਸਾਰੇ ਕਹਿੰਦੇ ਸੀ ਮੇਜਰ ਸਿੰਘ ਦੀ ਪੁੱਤ ਹੈ। ਫਿਰ ਸਰਦਾਰ ਬਖਸ਼ੀਸ਼ ਸਿੰਘ ਦੀ ਨੂੰਹ ਨੂੰ ਨੌਕਰੀ ਵੀ ਮਿਲ ਗਈ। ਇੱਥੋਂ ਤੱਕ ਵੀ ਮੈਨੂੰ ਮੇਰੇ ਨਾਂ ਦੀ ਲੋੜ ਨਹੀਂ ਪਈ, ਇੱਥੋਂ ਤੱਕ ਵੀ ਮੈਨੂੰ ਮੇਰੇ ਨਾਂ ਦੀ ਲੋੜ ਨਹੀਂ ਪਈ ਤੇ ਸ਼ਾਇਦ
ਅੱਗੇ ਵੀ ਨਾ ਪਵੇ। ਹੁਣ ਤੇ ਮੈਂ ਆਪਣੇ ਬੇਟੇ ਦੀ ਮਾਂ ਤੇ ਆਪਣੇ ਘਰ ਵਾਲੇ ਦੀ ਵਹੁਟੀ ਨਾਂ ਤੋਂ ਜਾਣੀ ਜਾਵਾਂਗੀ। ਮੇਰੀ ਕਵਿਤਾ ਸੁਣ ਸ਼ਾਇਦ ਹੁਣ ਤੁਸੀਂ ਇਹੀ ਕਹੋਗੇ, ਕਲੇਰ ਦੀ ਵਹੁਟੀ ਬੜਾ ਸੋਹਣਾ ਲਿਖਦੀ ਹੈ, ਕਲੇਰ ਦੀ ਵਹੁਟੀ ਬੜਾ ਸੋਹਣਾ ਲਿਖਦੀ ਹੈ। ਤਾਂ ਇਹ ਇੱਕ ਕਵਿਤਾ ਹੈ ਜਿਸ ਦੇ ਵਿੱਚ ਖੁੱਲੇ ਵਿਚਾਰ ਦੱਸੇ ਨੇ, ਆਪਣੇ ਭਾਵ ਵਿਅਕਤ ਕੀਤੇ ਨੇ ਕਿ ਇੱਕ ਔਰਤ ਕੀ ਸੋਚਦੀ ਹੈ। ਸਾਰੀ ਜ਼ਿੰਦਗੀ ਉਹ ਕਿਸੇ ਹੋਰ ਨਾਮ ਤੋਂ ਹੀ ਉਸਨੂੰ ਅਸੀਂ ਬੁਲਾਉਂਦੇ ਹਾਂ। ਪਰ ਜਦੋਂ ਤੁਸੀਂ ਆਪਣੇ ਤੁਹਾਡੇ ਪੇਕੇ ਤਾਂ ਉਹ ਜ਼ਰੂਰ ਕਹਿੰਦੇ ਹੋਣ ਕਿ ਆ ਪਰਜਿੰਦਰ ਦਾ ਘਰ ਵਾਲਾ ਜਾਂ ਪਰਜਿੰਦਰ ਦਾ ਪ੍ਰਾਹੁਣਾ ਆਇਆ, ਉਹ ਤੇ ਨਹੀਂ ਕਹਿੰਦੇ ਹੋਣਗੇ ਕਿ ਇਹ ਪਰਜਿੰਦਰ ਦੀ ਵਾਈਫ? ਇਸ ਮਾਮਲੇ 'ਚ ਕੁੜੀਆਂ ਲੱਕੀ ਹੁੰਦੀਆਂ ਨੇ ਕਿ ਚਲੋ ਕਿਤੇ ਤਾਂ ਤੁਹਾਡਾ ਨਾਮ ਵੱਜਦਾ। ਹਾਂ ਬਿਲਕੁਲ, ਉੱਥੇ ਜਾਂਦੇ ਨੇ ਹਾਂ ਪਰਜਿੰਦਰ ਦਾ ਘਰ ਵਾਲਾ ਹੈ, ਪਰਜਿੰਦਰ ਦਾ ਬੇਟਾ ਹੈ। ਇਹ ਚੀਜ਼ ਤੇ ਬਿਲਕੁਲ ਸਹੀ ਗੱਲ ਹੈ। ਮਤਲਬ ਇਹਦੇ ਵਿੱਚ ਮੈਨੂੰ ਲੱਗਦਾ ਸਮੱਸਿਆ ਬਹੁਤੀ ਆਇਡੈਂਟੀਟੀ ਦੀ ਸਮੱਸਿਆ ਹੈ ਕਿ ਕਿਉਂਕਿ ਕੁੜੀ ਨੂੰ ਹਸਬੈਂਡ ਦੇ ਘਰੇ ਆ ਕੇ ਰਹਿਣਾ ਪੈਂਦਾ, ਇਸ ਕਰਕੇ ਆ ਮੈਨੂੰ ਲੱਗਦਾ। ਕਿਉਂਕਿ ਅਦਰਵਾਈਜ਼ ਕੁੜੀ ਦੀ ਸਾਈਡ ਤੇ ਜਦੋਂ ਜਾਂਦੇ ਆ ਤਾਂ ਸਾਰਾ ਕੋਈ ਇਹੀ ਕਹਿੰਦੇ ਨੇ ਕਿ ਪਰਜਿੰਦਰ ਦੀ ਬੇਟੀ ਆ, ਪਰਜਿੰਦਰ ਦਾ ਬੇਟਾ, ਪਰਜਿੰਦਰ ਦਾ ਪ੍ਰਾਹੁਣਾ, ਪਰਜਿੰਦਰ ਦਾ ਸਹੁਰਾ, ਪਰਜਿੰਦਰ ਦੀ ਸੱਸ, ਸਾਰਾ ਕੁਝ ਤੁਹਾਡੇ ਨਾਮ ਨਾਲ ਹੀ ਰਿਲੇਟ ਹੁੰਦਾ ਨਾ ਉੱਥੇ ਤੇ। ਹਾਂਜੀ ਹਾਂਜੀ ਬਿਲਕੁਲ, ਇਹ ਤੇ ਗੱਲ ਹੈ। ਪਰ ਜ਼ਿਆਦਾ ਟਾਈਮ ਜਿਵੇਂ ਹੁਣ ਲੇਡੀ ਹੈ ਮੈਰਿਜ ਕਰਕੇ ਤੇ ਉਸਨੇ ਚਲੇ ਜਾਣਾ, ਹਾਂਜੀ ਰਹਿਣਾ ਉਹਨੇ ਉੱਥੇ ਹੁੰਦਾ, ਇਸ ਲਈ ਇਹਦੇ ਚ ਕੁਝ ਉਹਦੇ ਵਿੱਚ ਹੀ ਰਚ ਮਿਚ ਜਾਂਦੀ ਹੈ, ਉਹਦੇ ਵਿੱਚ ਹੀ ਉਹਨੂੰ ਲੱਗਦਾ ਮੇਰਾ ਨਾਮ ਗੁੰਮ ਹੋ ਗਿਆ ਹੈ। ਜੋ ਕਿ ਪਹਿਲਾਂ ਜਿਹੜਾ ਸੀਗਾ ਉਸਨੂੰ ਲੱਗਦਾ ਸੀ ਕਿ ਹਾਂ ਹੁਣ ਮੇਰਾ ਪਹਿਲਾ ਨਾਮ ਸੀਗਾ, ਹੁਣ ਮੇਰਾ ਨਾਮ ਕੋਈ ਨਹੀਂ ਜਾਣਦਾ, ਹੈ ਨਾ। ਇਹ ਫਰਕ ਪੈ ਜਾਂਦਾ ਹੈ। ਮਤਲਬ ਵਿਆਹ ਤੋਂ ਬਾਅਦ ਦੇ ਵਿੱਚ ਲੱਗਦਾ ਹੈ ਕਿ ਜਿਵੇਂ ਉਸਦੀ ਆਈਡੈਂਟਿਟੀ ਇੱਕ ਗੁੰਮ ਹੋ ਜਾਂਦੀ ਹੈ। ਸੋ ਪਰਜਿੰਦਰ ਜੀ, ਤੁਹਾਡੀਆਂ ਜਿਹੜੀਆਂ ਗੱਲਾਂ ਨੇ ਉਹ ਕਵਿਤਾਵਾਂ ਨੂੰ ਛੱਡਦੀ ਹੈ। ਗੱਲਾਂ ਸੁਣ ਕੇ ਏਦਾਂ ਲੱਗਦਾ ਤੁਸੀਂ ਕਾਫੀ ਪੜ੍ਹੇ ਲਿਖੇ ਹੋ। ਸੋ ਕਿੰਨੀ ਕੁ ਪੜ੍ਹਾਈ ਕੀਤੀ ਤੁਸੀਂ? ਜੀ ਮੈਂ M.Com B.Ed ਕੀਤੀ ਹੈ, ਮਾਸਟਰਸ ਕੀਤੀ ਕਮਰਸ ਦੀ ਮੈਂ ਫਾਈਨੈਂਸ ਐਂਡ ਅਕਾਊਂਟਿੰਗ ਦੇ ਵਿੱਚ। ਤੇ ਤੁਸੀਂ ਐਜ਼ ਅ ਪ੍ਰੋਫੈਸ਼ਨ ਕੀ ਕਰਦੇ ਹੋ? ਮੈਂ ਟੀਚਰ ਹੈਗੀ ਆ ਸਕੂਲ ਦੇ ਵਿੱਚ, ਵੋਕੇਸ਼ਨਲ ਮਿਸਟਰੈਸ ਆ। ਮੇਰਾ ਵਿਸ਼ਾ ਹੈ ਇੰਪੋਰਟ ਐਂਡ ਐਕਸਪੋਰਟ ਮੈਨੇਜਮੈਂਟ, ਟੈਕਨੀਕਲ ਵਿਸ਼ਾ ਮੈਂ ਟੀਚ ਕਰਦੀ ਹਾਂ ਬੱਚਿਆਂ ਨੂੰ। ਸੋ ਤੁਹਾਡਾ ਜਿਹੜਾ ਮਤਲਬ ਜੋ ਕੰਮਕਾਰ ਆ ਉਹਦਾ ਪੰਜਾਬੀ ਦੀ ਕਵਿਤਾ ਨਾਲ ਬਹੁਤਾ ਲੇਖਾ ਜੋਖਾ ਨਹੀਂ ਲੱਗਦਾ? ਹਾਂਜੀ, ਉਹਦਾ ਲੇਖਾ ਜੋਖਾ ਤੇ ਮੈਂ ਨਹੀਂ ਕਹਿ ਸਕਦੀ। ਇਹ ਜਿਵੇਂ ਕੁਦਰਤ ਵੱਲੋਂ ਹੀ ਕਹਿ ਸਕਦੇ ਹਾਂ ਕਿ ਪੰਜਾਬੀ ਦੇ ਨਾਲ ਇੰਨਾ ਪਿਆਰ ਪੈ ਗਿਆ। ਮੇਰੀ ਜੋ ਪੜ੍ਹਾਈ ਹੈ ਸਾਰੀ ਉਹ ਪੰਜਾਬ ਤੋਂ 12ਵੀਂ ਤੱਕ ਤੇ ਪੰਜਾਬ ਤੋਂ ਬਾਹਰ ਹੈ। ਜੰਮੂ ਕਸ਼ਮੀਰ ਦੀ ਸਟੱਡੀ ਹੈ ਮੇਰੀ, ਸਿੱਕਿਮ ਦੇ ਵਿੱਚ ਵੀ ਮੈਂ ਪੜ੍ਹੀ ਹਾਂ ਕਿਉਂਕਿ ਪਾਪਾ ਦੀ ਟ੍ਰਾਂਸਫਰ ਹੁੰਦੀ ਰਹਿੰਦੀ ਸੀਗੀ, ਹੈ ਨਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਫਿਰ 12ਵੀਂ ਤੋਂ ਬਾਅਦ ਵੀ ਜਦੋਂ ਮੈਂ ਆਈ ਹਾਂ ਇੱਥੇ ਪੰਜਾਬ ਦੇ ਵਿੱਚ ਤੇ 12ਵੀਂ ਤੱਕ ਪੰਜਾਬੀ ਨਹੀਂ ਸੀ ਪੜ੍ਹੀ, ਫਿਰ ਅੱਗੇ ਵੀ ਪੰਜਾਬੀ ਕੰਟੀਨਿਊ ਨਹੀਂ ਕੀਤੀ। ਪੰਜਾਬੀ ਦਾ ਐਡੀਸ਼ਨਲ ਪੇਪਰ ਬਾਅਦ ਦੇ ਵਿੱਚ ਦਿੱਤਾ। ਤੇ ਪਰ ਇਹ ਆ ਕਿ ਸਾਡੇ ਘਰ ਦੇ ਵਿੱਚ ਜਿਵੇਂ ਪੰਜਾਬੀ ਹੀ ਸ਼ੁਰੂ ਤੋਂ ਬੋਲੀ ਜਾਂਦੀ ਸੀਗੀ, ਮੰਮੀ ਪਾਪਾ ਦੋਵੇਂ ਪੰਜਾਬੀ ਬੋਲਦੇ, ਤੇ ਪੰਜਾਬੀ ਪੜ੍ਹਨ ਦਾ ਬਹੁਤ ਸੀਗਾ। ਪੰਜਾਬੀ ਦੀਆਂ ਕਿਤਾਬਾਂ ਜਿਹੜੀਆਂ ਹੁੰਦੀਆਂ ਨੇ ਬਹੁਤ ਸ਼ੌਂਕ ਸੀਗਾ ਪੜ੍ਹਨ ਦਾ। ਤੇ ਪੰਜਾਬੀ ਸਕੂਲ ਦੇ ਵਿੱਚ ਨਹੀਂ ਪਰ ਘਰੋਂ ਸਾਨੂੰ ਹਮੇਸ਼ਾ ਪੰਜਾਬੀ ਹੀ ਬੋਲਣਾ ਲਿਖਣਾ ਸਾਰਾ ਕੁਝ ਘਰੇ ਹੀ ਸਿਖਾਇਆ ਗਿਆ ਸੀਗਾ। ਉਹਦਾ ਕਰਕੇ ਫਿਰ ਇਹਦੇ ਨਾਲ ਬਹੁਤ ਗੂੜਾ ਰਿਸ਼ਤਾ ਹੈ ਪੰਜਾਬੀ ਦੇ ਨਾਲ। ਏਦਾਂ ਲੱਗਦਾ ਹੀ ਨਹੀਂ ਕਿ ਇਹ ਮੈਂ ਪੜ੍ਹੀ ਨਹੀਂ ਹੈ, ਏਦਾਂ ਲੱਗਦਾ ਕਿ ਮੈਂ ਸ਼ੁਰੂ ਤੋਂ ਹੀ ਪੰਜਾਬੀ ਲਿਖਦੀ ਪੜ੍ਹਦੀ ਬੋਲਦੀ ਆਈ ਹਾਂ। ਪਰਜਿੰਦਰ ਜੀ, ਜਿੱਦਾਂ ਆਪਾਂ ਪਹਿਲਾਂ ਤੁਸੀਂ ਮਤਲਬ ਵਿਮਨ ਆਇਡੈਂਟਿਟੀ ਦੀ ਜਾਂ ਇਸਤਰੀ ਜਿਹੜੀ ਉਹਦੀ ਆਪਣਾ ਵਿਅਕਤੀਤਵ ਬੜਾ ਪਰਸਨੈਲਿਟੀ ਦੀ ਗੱਲ ਕੀਤੀ, ਉਹਦੇ ਪਰਸਨਲ ਜਿਹੜੀ ਉਹਦਾ ਵਿਅਕਤੀਤਵ ਆ ਉਹਦੀ ਗੱਲ ਕੀਤੀ। ਸੋ ਐਜ਼ ਏ ਕਵਿਤਰੀ, ਐਜ਼ ਏ ਸਾਹਿਤਕਾਰਾ, ਐਜ਼ ਏ ਲੇਖਕ, ਐਜ਼ ਏ ਰਾਈਟਰ, ਜਦੋਂ ਤੁਸੀਂ ਸਮਾਜ 'ਚ ਵਿਚਰਦੇ ਹੋ, ਇੱਕ ਔਰਤ, ਇੱਕ ਨਾਰੀ, ਇੱਕ ਇਸਤਰੀ ਇੱਕ ਹੋਣ ਦੇ ਨਾਤੇ ਕੀ ਕੁਛ ਡਿਫਰੈਂਸ ਹੁੰਦਾ ਜਾਂ ਸੇਮ ਹੀ ਹੁੰਦਾ? ਅਗਰ ਕੋਈ ਪੁਰਸ਼ ਕਵੀ ਆ ਜਾਂ ਉਹਦਾ ਕੋਈ ਤੁਹਾਨੂੰ ਕੋਈ ਡਿਫਰੈਂਟ ਤਰੀਕੇ ਨਾਲ ਦੇਖਦੇ ਨੇ ਲੋਕ, ਜਾਂ ਕੋਈ ਉਹਦਾ ਕੋਈ ਇੱਕੋ ਹੀ ਗੱਲ ਹੁੰਦੀ ਹੈ? ਡਿਫਰੈਂਸ ਤੇ ਹੁੰਦਾ ਹੈ ਥੋੜਾ ਬਹੁਤ, ਕਿਉਂਕਿ ਕਿਸੇ ਵੀ ਕੰਮ ਲਈ, ਸਿਰਫ ਇਸ ਕੰਮ ਲਈ ਨਹੀਂ ਕਿ ਲਿਖਣ ਵਾਸਤੇ, ਕੋਈ ਵੀ ਕੰਮ ਹੈ ਔਰਤ ਲਈ ਘਰ ਦੀ ਫੈਮਿਲੀ ਦੀ ਜਿਹੜੀ ਸਪੋਰਟ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਇਹ ਜਿਹੜਾ ਮੇਰਾ ਜਿਹੜਾ ਹੈਗਾ ਹੈ ਸ਼ੌਂਕ ਜਿਹੜਾ ਲਿਖਣ ਦਾ, ਇਹਦੇ ਲਈ ਤੇ ਬਹੁਤ ਸਾਰੀਆਂ ਮੈਂ ਵੇਖੀਆਂ ਕਿ ਜਿਨ੍ਹਾਂ ਨੂੰ ਸਪੋਰਟ ਜੇ ਨਹੀਂ ਮਿਲ ਪਾਉਂਦੀ, ਕਿਉਂਕਿ ਜਿਹੜਾ ਲਿਖਣ ਦਾ ਕੰਮ ਹੈ ਨਾ ਇਹਦੇ ਉੱਤੇ ਬੰਦਿਸ਼ ਨਹੀਂ ਹੋਣੀ ਚਾਹੀਦੀ। ਇਹਦੇ ਤੇ ਖੁੱਲੇ ਵਿਚਾਰ ਹੁੰਦੇ ਆ, ਕਿਸੇ ਵੀ ਟੌਪਿਕ ਤੇ ਅਸੀਂ ਲਿਖ ਲਈਏ। ਜੇ ਅਸੀਂ ਕਵੀ ਤੇ ਬੰਦਿਸ਼ ਲਗਾ ਦਾਂਗੇ ਤੇ ਉਹ ਆਪਣੇ ਦਿਲ ਦੇ ਭਾਵ ਜਜ਼ਬਾਤ ਨੂੰ ਉਸ ਤਰੀਕੇ ਨਾਲ ਵਿਅਕਤ ਨਹੀਂ ਕਰ ਸਕੂਗਾ। ਤੇ ਮੈਂ ਇਸ ਮਾਮਲੇ 'ਚ ਬਹੁਤ ਲੱਕੀ ਹਾਂ। ਮੇਰੇ ਹਸਬੈਂਡ ਉਹ ਖੁਦ ਵੀ ਲਿਖਦੇ ਨੇ। ਜਿਹੜੀ ਸਾਡੀ ਕਿਤਾਬ ਆਈ ਹੈ ਪਹਿਲੀ ਅਲਫਾਜ਼ੇ ਹਸਾਸ, ਉਹ ਸਾਡੀ ਦੋਵਾਂ ਦੀ ਸਾਂਝੀ ਕਿਤਾਬ ਹੈ। ਇਹਨਾਂ ਦੀਆਂ ਵੀ ਰਚਨਾਵਾਂ ਹੈਗੀਆਂ ਵਿੱਚ, ਮੇਰੀਆਂ ਵੀ ਆ। ਤੇ ਉਸ ਮੈਨੂੰ ਘਰੋਂ ਪੂਰੀ ਸਪੋਰਟ ਹੋਣ ਦਾ ਕਰਕੇ ਮੈਨੂੰ ਇਹਨਾਂ ਮੁਸ਼ਕਿਲਾਂ ਦਾ ਕੋਈ ਇਹੋ ਜਿਹਾ ਸਾਹਮਣਾ ਨਹੀਂ ਕਰਨਾ ਪਿਆ।
ਪਰ ਹਾਂ ਜੇ ਆਪਾਂ ਜਨਰਲ ਗੱਲ ਕਰਦੇ ਆ ਤੇ ਫਿਰ ਲੇਡੀਜ਼ ਵਾਸਤੇ ਇਹ ਚੀਜ਼ ਥੋੜੀ ਜਿਹੀ ਮੁਸ਼ਕਿਲ ਹੈ, ਖਾਸ ਕਰ ਜਿਹੜਾ ਕਵੀ ਦਾ, ਕਿਉਂਕਿ ਕਵੀ ਦੇ ਵਿੱਚ ਕਵੀ ਮੁਹੱਬਤ ਦੀ ਵੀ ਗੱਲ ਕਰਦਾ ਹੈ, ਕਵੀ ਵਿਛੋੜੇ ਦੀ ਵੀ ਗੱਲ ਕਰ ਸਕਦਾ ਹੈ, ਜੋ ਉਸਦਾ ਦਿਲ ਕਰਦਾ ਉਹ ਲਿਖਣਾ ਚਾਹੁੰਦਾ ਹੈ, ਪਰ ਕਈ ਵਾਰੀ ਲਿਖਤ ਤੋਂ ਕੋਈ ਗਲਤ ਮਤਲਬ ਜੇ ਨਿਕਾਲ ਲਵੇ ਤੇ ਫਿਰ ਉਹ ਫਿਰ ਮੁਸ਼ਕਿਲ ਆ ਜਾਂਦੀ, ਫਿਰ ਉਹ ਖੁੱਲ ਕੇ ਨਹੀਂ ਲਿਖ ਸਕਦਾ। ਜਿਵੇਂ ਮੈਂ ਇੱਕ ਗਜ਼ਲ ਲਿਖੀ ਸੀ ਤੇ ਉਸ ਦੇ ਵਿੱਚ ਉਹ ਪਿਆਰ ਮੁਹੱਬਤ ਦੀ ਉਸ ਦੇ ਵਿੱਚ ਗੱਲ ਕੀਤੀ ਗਈ ਹੈ। ਹੈਗੀ ਤੁਹਾਡੇ ਕੋਲ ਗਜ਼ਲ ਐਟ ਦਾ ਮੋਮੈਂਟ, ਸੁਣਾ ਸਕਦੇ ਹੋ? ਹਾਂਜੀ ਉਹ ਗਜ਼ਲ ਸੁਣਾਓ, ਫਿਰ ਮਤਲਬ ਬਾਅਦ ਚ ਆਪਾਂ ਗੱਲ ਕਰਦੇ ਉਹਦੇ ਬਾਰੇ ਕੀ ਹੈ। ਹਾਂ ਜੀ, ਹਾਂਜੀ ਇਹ ਗਜ਼ਲ ਸੀਗੀ ਕਿ ਇਹ ਨਜ਼ਰਾਂ ਨੇ ਕਾਤਿਲ ਅਫਸਾਨੇ ਬੜੇ ਨੇ, ਇਹ ਨਜ਼ਰਾਂ ਨੇ ਕਾਤਿਲ ਅਫਸਾਨੇ ਬੜੇ ਨੇ, ਮੈਂ ਸੁਣਿਆ ਕਿ ਤੇਰੇ ਦੀਵਾਨੇ ਬੜੇ ਨੇ, ਇਹ ਨਜ਼ਰਾਂ ਨੇ ਕਾਤਿਲ ਅਫਸਾਨੇ ਬੜੇ ਨੇ, ਮੈਂ ਸੁਣਿਆ ਕਿ ਤੇਰੇ ਦੀਵਾਨੇ ਬੜੇ ਨੇ, ਚੰਗੀ ਇਹ ਕਹਿੰਦੇ ਨੇ ਇਸ਼ਕੇ ਤੋਂ ਦੂਰੀ, ਚੰਗੀ ਇਹ ਕਹਿੰਦੇ ਨੇ ਇਸ਼ਕੇ ਤੋਂ ਦੂਰੀ, ਲੋਕੀ ਤਾਂ ਅੱਜ ਕੱਲ ਸਿਆਣੇ ਬੜੇ ਨੇ, ਤੋਲਾ ਮੈਂ ਕਿੰਜ ਕਰ ਮੁਹੱਬਤ ਮੇਰੀ ਨੂੰ, ਤੋਲਾ ਮੈਂ ਕਿੰਜ ਕਰ ਮੁਹੱਬਤ ਮੇਰੀ ਨੂੰ, ਮਾਪਣ ਦੇ ਮਿਲਦੇ ਪੈਮਾਨੇ ਬੜੇ ਨੇ, ਗਲਤੀ ਤੇ ਗਲਤੀ ਕਰੇ ਦਿਲ ਨਾ ਸੁਧਰੇ, ਗਲਤੀ ਤੇ ਗਲਤੀ ਕਰੇ ਦਿਲ ਨਾ ਸੁਧਰੇ, ਕਿ ਗਲਤੀ ਦੇ ਬੇਸ਼ੱਕ ਬਹਾਨੇ ਬੜੇ ਨੇ, ਗਲਤੀ ਤੇ ਗਲਤੀ ਕਰੇ ਦਿਲ ਨਾ ਸੁਧਰੇ, ਕਿ ਗਲਤੀ ਦੇ ਬੇਸ਼ੱਕ ਬਹਾਨੇ ਬੜੇ ਨੇ, ਹਾਂ ਹੋਣਾ ਏ ਮਦਹੋਸ਼ ਬੁੱਕਲ ਚ ਤੇਰੀ, ਹਾਂ ਹੋਣਾ ਏ ਮਦਹੋਸ਼ ਬੁੱਕਲ ਚ ਤੇਰੀ, ਲੱਭਦੇ ਤਾਂ ਓਦਾਂ ਮੈਂ ਖਾਨੇ ਬੜੇ ਨੇ, ਲੱਭਦੇ ਤਾਂ ਓਦਾਂ ਮੈਂ ਖਾਨੇ ਬੜੇ ਨੇ। ਬਹੁਤ ਵਧੀਆ, ਇਹ ਗਜ਼ਲ ਸੀਗੀ। ਸ਼ੁਕਰੀਆ ਜੀ। ਪਰਜਿੰਦਰ ਜੀ, ਆਮ ਤੌਰ ਤੇ ਕਵੀਆਂ ਬਾਰੇ ਇਹ ਮਤਲਬ ਮਜ਼ਾਕ ਵਿੱਚ ਉਹਦਾ ਕਿਹਾ ਜਾਂਦਾ ਕਿ ਉਹ ਕਵਿਤਾ ਜ਼ਬਰਦਸਤੀ ਸੁਣਾਉਂਦੇ ਨੇ, ਕਈ ਵਾਰ ਕਿ ਲੋਕੀ ਉਹਨਾਂ ਦੀ ਕਵਿਤਾ ਸੁਣਨਾ ਨਹੀਂ ਚਾਹੁੰਦੇ, ਉਹ ਜ਼ਬਰਦਸਤੀ ਸੁਣਾਉਂਦੇ। ਕਿਉਂਕਿ ਤੁਸੀਂ ਦੋਨੋਂ ਕਵੀ ਹੋ, ਹਸਬੈਂਡ ਵਾਈਫ, ਕੀ ਥੋੜਾ ਫਿਰ ਕੰਪਰੋਮਾਈਜ਼ ਕੀਤਾ ਹੁੰਦਾ ਕਿ ਬਾਈ ਇੱਕ ਕਵਿਤਾ ਤੂੰ ਸੁਣਾ ਤੇ ਇੱਕ ਮੈਂ ਸੁਣਾਊਗਾ, ਕਿੱਦਾਂ ਚੱਲਦਾ? ਨਹੀਂ, ਐਵੇਂ ਦੀ ਤੇ ਵੈਸੇ ਕੋਈ ਗੱਲ ਨਹੀਂ ਹੁੰਦੀ। ਹਾਂ, ਪਰ ਅਸੀਂ ਜ਼ਰੂਰ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਕਵਿਤਾਵਾਂ ਇੱਕ ਦੂਜੇ ਨੂੰ ਸੁਣਾਉਂਦੇ ਆ, ਇੱਕ ਦੂਜੇ ਦੀਆਂ ਸੁਣਦੇ ਵੀ ਆ, ਤੇ ਇੱਕ ਅੱਛਾ ਮਾਹੌਲ ਰਹਿੰਦਾ, ਇੱਕ ਸਾਹਿਤਕ ਮਾਹੌਲ ਘਰ 'ਚ ਰਹਿੰਦਾ ਹੈ। ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਸਾਨੂੰ ਦੋਵਾਂ ਨੂੰ। ਇੱਕ ਜਦੋਂ ਵੀ ਅਸੀਂ ਫ੍ਰੀ ਹੁੰਦੇ ਆ ਆਪਸ ਦੇ ਵਿੱਚ ਬੈਠ ਕੇ ਕੁਝ ਡਿਸਕਸ ਕਰਦੇ ਆ, ਤੇ ਬੜਾ ਅੱਛਾ ਵਧੀਆ ਮਾਹੌਲ ਜਿਹਾ ਬਣਿਆ ਰਹਿੰਦਾ। ਪਰਜਿੰਦਰ ਜੀ, ਏਦਾਂ ਤਾਂ ਨਹੀਂ ਹੁੰਦਾ ਕਿ ਕਦੀ ਤੁਹਾਡੇ ਹਸਬੈਂਡ ਕਹਿੰਦੇ ਹੋ ਵੀ ਜੇ ਤੂੰ ਸਬਜ਼ੀ ਸਵਾਦ ਬਣਾਏਂਗੀ ਤਾਂ ਮੈਂ 2 ਕਵਿਤਾਵਾਂ ਵੱਧ ਸੁਣੂਗਾ? ਨਹੀਂ, ਏਦਾਂ ਨਹੀਂ ਹੁੰਦਾ। ਏਦਾਂ ਨਹੀਂ ਹੁੰਦਾ ਮਤਲਬ ਸਬਜ਼ੀ ਮੈਂ ਸਵਾਦ ਬਣਾਉਣੀ, ਸਬਜ਼ੀ ਵਧੀਆ ਬਣਾਉਣੀ ਹੈ। ਚਲੋ ਠੀਕ, ਕਵਿਤਾਵਾਂ ਤੇ ਤੁਹਾਡੀਆਂ ਬਹੁਤ ਵਧੀਆ ਨੇ, ਸਬਜ਼ੀ ਤੇ ਚਲੋ ਖੈਰ ਤੁਸੀਂ ਦੂਰ ਹੋ, ਕਦੇ ਕੋਲ ਆ ਕੇ ਦੇਖਾਂਗੇ। ਤੇ ਪਰਜਿੰਦਰ ਜੀ, ਜਿੱਦਾਂ ਤੁਸੀਂ ਮਤਲਬ ਕਹਿ ਰਹੇ ਕਿ ਹਸਬੈਂਡ ਵੀ ਤੁਹਾਡੇ ਰਾਈਟਰ ਨੇ, ਉਹ ਵੀ ਲਿਖਦੇ ਨੇ, ਸੋ ਇਸ ਚੀਜ਼ ਦਾ ਇੱਕ ਬੜਾ ਵੱਡਾ ਫਾਇਦਾ ਹੁੰਦਾ ਕਿ ਅਗਰ ਦੋਨੋਂ ਜਾਣੇ ਇੱਕੋ ਤਰ੍ਹਾਂ ਦੇ ਸ਼ੌਕ ਰੱਖਦੇ ਹੋਣ। ਕਿਉਂਕਿ ਆਮ ਤੌਰ ਤੇ ਪੰਜਾਬੀ ਜਿਸ ਤਰ੍ਹਾਂ ਸਾਡੇ ਰਵਾਇਤੀ ਤੌਰ ਤੇ ਰਿਸ਼ਤੇ ਹੁੰਦੇ ਨੇ, ਜੱਗ ਜੋੜੀਆਂ ਤੇ ਨਰੜ ਬਥੇਰੇ, ਕਿਉਂਕਿ ਇੱਕ ਦੂਜੇ ਨੂੰ ਜਿਹੜੇ ਅਰੇਂਜਡ ਮੈਰਿਜਸ ਨੇ, ਮੈਰਿਜ ਹੋ ਜਾਂਦੀ ਹੈ, ਬਾਅਦ ਵਿੱਚ ਇੱਕ ਦੂਜੇ ਦੇ ਸ਼ੌਕਾਂ ਦਾ ਪਤਾ ਲੱਗਦਾ ਵਾ। ਸੋ ਇਸ ਤਰ੍ਹਾਂ ਇੱਕ ਜ਼ਿੰਦਗੀ ਬੜੀ ਸੁਖਾਵੀ ਹੋ ਜਾਂਦੀ ਹੈ ਕਿ ਨਹੀਂ? ਬਿਲਕੁਲ, ਬਹੁਤ ਇਹ ਤੇ ਸਹੀ ਗੱਲ ਹੈ। ਵੈਸੇ ਮੈਂ ਤੁਹਾਨੂੰ ਦੱਸਾਂ ਕਿ ਮੈਰਿਜ ਸਾਡੀ ਵੀ ਅਰੇਂਜ ਹੀ ਹੈ, ਤੇ ਇਹ ਸ਼ੌਂਕ ਸਾਡਾ ਰਲਣਾ ਕੁਦਰਤੀ ਰਲਿਆ ਹੈ। ਮੈਰਿਜ ਅਰੇਂਜ ਹੀ ਹੈ। ਪਹਿਲਾਂ ਸਾਨੂੰ ਨਹੀਂ ਸੀ ਪਤਾ ਇੱਕ ਦੂਜੇ ਦੇ ਸ਼ੌਂਕ ਬਾਰੇ, ਉਹ ਹੌਲੀ ਹੌਲੀ ਸਮਾਂ ਪਾ ਕੇ ਸਾਨੂੰ ਪਤਾ ਲੱਗਿਆ ਇਸ ਚੀਜ਼ ਬਾਰੇ। ਪਹਿਲਾਂ ਤਾਂ ਦੋਨੇ ਡਰਦੇ ਰਹਿੰਦੇ ਹੋਣੇ ਕਿ ਜੇ ਮੈਂ ਕਵਿਤਾ ਸੁਣਾਈ ਦੇਖੀ ਕਿਤੇ ਪੰਗਾ ਨਾ ਪੈ ਜਾਏ ਕਿ ਨਹੀਂ? ਹੋ ਸਕਦਾ ਹੈ, ਮੈਂ ਤੇ ਡਰਦੀ ਸੀ ਆਪਣੇ ਵੱਲੋਂ। ਉਹ ਵੀ ਡਰਦਾ ਹੋਣਾ, ਕਹਿੰਦਾ ਯਾਰ ਇਹ ਕਵਿਤਾ ਰਹਿ ਨਹੀਂ ਦਿੰਦਾ, ਸੁਣਾਉਣ ਨੂੰ ਬਾਹਰ ਹੀ ਸੁਣਾ ਲਿਆ ਕਰੂੰ ਕਵਿਤਾ ਤਾਂ। ਹੋ ਸਕਦਾ। ਸੋ ਪਰਜਿੰਦਰ ਜੀ, ਜਿੱਦਾਂ ਕਿਉਂਕਿ ਕਵੀ ਵਾਸਤੇ ਜਾਂ ਕਿਸੇ ਵੀ ਜੋ ਵੀ ਕਲਾਕਾਰ ਆ, ਦੇਖੋ ਕੋਈ ਵੀ ਕਲਾ, ਕਿਸੇ ਤਰ੍ਹਾਂ ਦੀ ਵੀ ਕਲਾ ਉਹਦੇ ਕੋਲ ਹੋਵੇ, ਤੇ ਉਹਨੂੰ ਮਤਲਬ ਕਲਾ ਦੇ ਲਈ ਉਹਨੂੰ ਇੰਨੇ ਪੈਸੇ ਨਹੀਂ ਚਾਹੀਦੇ ਹੁੰਦੇ ਜਿੰਨੀ ਉਹਨੂੰ ਜਿੱਦਾਂ ਕਿ ਰੈਕੋਗਨੀਸ਼ਨ ਚਾਹੀਦੀ ਹੁੰਦੀ, ਕਿ ਲੋਕ ਉਹਨੂੰ ਪਹਿਚਾਨਣ, ਲੋਕ ਉਹਦੀ ਕਵਿਤਾ ਜਾਂ ਜੋ ਵੀ ਉਹਦੀ ਕਲਾ ਹੈ ਉਹਦੀ ਕਦਰ ਕਰਨ, ਜਾਂ ਕਦਰ ਨਾ ਕਰਨ, ਉਹਦੇ ਭਾਵੇਂ ਆਲੋਚਨਾ ਹੀ ਕਰਨ, ਪਰ ਉਹਨੂੰ ਇੱਕ ਤਰ੍ਹਾਂ ਨਾਲ ਰੈਕੋਗਨੀਸ਼ਨ ਕਰਨ। ਸੋ ਤੁਹਾਡੀ ਕਵਿਤਾ ਨੂੰ ਕਿਸ ਤਰ੍ਹਾਂ ਤੁਸੀਂ ਸਮਝਦੇ ਹੋ ਕਿ ਰੈਕੋਗਨਾਈਜ਼ ਹੁੰਦੀ ਹੈ? ਕਿ ਅਗਰ ਤੁਸੀਂ ਕਿਤਾਬ ਛਪ ਜਾਂਦੀ ਆ ਜਾਂ ਸਾਹਿਤਕ ਸਭਾਵਾਂ ਵਿੱਚ ਲੋਕੀ ਤੁਹਾਨੂੰ ਸੁਣਦੇ ਨੇ, ਜਾਂ ਕਿਸ ਤਰ੍ਹਾਂ ਰੈਕੋਗਨੀਸ਼ਨ ਕਿਸ ਤਰ੍ਹਾਂ ਹੁੰਦੀ ਹੈ ਕਵਿਤਾ ਦੀ? ਰੈਕੋਗਨੀਸ਼ਨ ਤੇ ਇਸੇ ਤਰੀਕੇ ਦੇ ਨਾਲ ਹੈ ਕਿ ਜਦੋਂ ਲੋਕ ਸੁਣਦੇ ਨੇ, ਜਿਹੜੇ ਤੁਹਾਡੇ ਆਸ-ਪਾਸ ਨੇ, ਉਹ ਸੁਣ ਕੇ ਤੁਹਾਡੀ ਬਾਰੇ ਦੱਸ ਦਿੰਦੇ ਨੇ ਕਿ ਹਾਂ ਤੁਸੀਂ ਅੱਛਾ ਲਿਖਿਆ, ਤੇ ਇਹਦੇ ਨਾਲ ਇੱਕ ਮਨ ਨੂੰ ਖੁਸ਼ੀ ਮਿਲਦੀ ਹੈ। ਬਸ ਇਸ ਤੋਂ ਜ਼ਿਆਦਾ ਤੇ ਰਿਕੋਗਨੀਸ਼ਨ ਕਵੀ ਚਾਹੁੰਦਾ ਵੀ ਨਹੀਂ ਹੁੰਦਾ। ਕਵੀ ਦਾ ਕੰਮ ਹੁੰਦਾ ਹੈ ਕਿ ਹਾਂ ਉਹ ਲਿਖਦਾ ਹੈ, ਦਿਲ ਤੋਂ ਲਿਖਦਾ ਹੈ, ਤੇ ਲਿਖ ਕੇ ਜਦੋਂ ਉਸਨੂੰ ਖੁਦ ਨੂੰ ਸਕੂਨ ਮਿਲਦਾ ਹੈ ਕਿ ਹਾਂ ਕੁਛ ਅੱਛਾ ਲਿਖਿਆ ਹੈ, ਉਹ ਉਹਦੇ ਲਈ ਸਭ ਤੋਂ ਵੱਡਾ ਰਿਵਾਰਡ ਹੁੰਦਾ ਹੈ।
ਬਾਕੀ ਇਹ ਕਿ ਕਮਰਸ਼ਲਾਈਜੇਸ਼ਨ ਬਹੁਤ ਹੋ ਚੁੱਕੀ ਹੈ ਅੱਜਕੱਲ। ਰਾਈਟਰਸ ਵੀ ਕਈ ਵਾਰੀ ਏਦਾਂ ਲਿਖਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਉਸ ਦੇ ਨਾਲ ਰਿਕੋਗਨੀਸ਼ਨ ਮਿਲੇ, ਪਰ ਮੇਰੇ ਹਿਸਾਬ ਨਾਲ ਜਦੋਂ ਅਸੀਂ ਜੇ ਅਸੀਂ ਲਿਖ ਰਹੇ ਹਾਂ ਤੇ ਉਹ ਚੀਜ਼ ਸਾਡੇ ਕੋਲ ਆਪਣੇ ਆਪ ਹੀ ਆਊਗੀ, ਸਾਨੂੰ ਉਹਦੇ ਲਈ ਮਿਹਨਤ ਇਸ ਤਰੀਕੇ ਦੀ ਨਹੀਂ ਕਰਨੀ ਪਊਗੀ। ਸੋ ਇੱਕ ਮੈਂ ਇਸੇ ਜਿਹੜਾ ਅਸੀਂ ਹੁਣੇ ਤੁਸੀਂ ਟੌਪਿਕ ਜਿਹੜਾ ਛੇੜਿਆ ਇਹਦੇ ਉੱਤੇ ਵੀ ਮੈਂ ਇੱਕ ਗਜ਼ਲ ਲਿਖੀ ਸੀਗੀ ਤੇ ਮੈਂ ਉਹ ਇੱਥੇ ਜ਼ਰੂਰ ਸੁਣਾਉਣਾ ਚਾਹਾਂਗੀ ਕਿ ਹਾਂਜੀ ਉਹ ਸੀਗੀ ਕਿ ਜ਼ਬਰੋ ਜ਼ਬਰੀ ਲਿਖਣਾ ਚਾਹਵੇਂ ਅੱਖਰ ਇੱਕ ਨਾ ਪੱਲੇ, ਜ਼ਬਰੋ ਜ਼ਬਰੀ ਲਿਖਣਾ ਚਾਹਵੇਂ ਅੱਖਰ ਇੱਕ ਨਾ ਪੱਲੇ, ਲੱਖਾਂ ਲਿਖ ਲਿਖ ਢੇਰ ਲਗਾਤੇ ਲੱਖਾਂ ਹੋਏ ਚੱਲੇ, ਲੱਖਾਂ ਲਿਖ ਲਿਖ ਢੇਰ ਲਗਾਤੇ ਲੱਖਾਂ ਹੋਏ ਚੱਲੇ, ਰਾਜਾ ਰੰਕ ਨਾ ਵੇਖੇ ਰਹਿਬਰ ਫਰਕ ਨਾ ਉਹਦੇ ਦਰ ਤੇ, ਰਾਜਾ ਰੰਕ ਨਾ ਵੇਖੇ ਰਹਿਬਰ ਫਰਕ ਨਾ ਉਹਦੇ ਦਰ ਤੇ, ਰੰਕੋ ਰਾਜਾ ਕਰ ਦਿੰਦਾ ਤੇ ਕਦੇ ਕਦੇ ਤਾਜ ਰੁਲਾ ਦੇ ਥੱਲੇ, ਕੱਖ ਤੋਂ ਲੱਖ ਬਣਾ ਦੇਵੇ ਜਦ ਹੋਵੇ ਇਹਦੀ ਮਰਜ਼ੀ, ਮਿਹਰ ਕਰੇ ਜੇ ਸੱਚਾ ਸਾਹਿਬ ਬਖਸ਼ੇ ਸ਼ਬਦ ਅਵੱਲੇ, ਅੱਖਰਾਂ ਦਾ ਤਾਂ ਅਸਰ ਅਨੋਖਾ, ਅੱਖਰਾਂ ਦਾ ਤਾਂ ਅਸਰ ਅਨੋਖਾ ਮੱਲਮ ਜਿਵੇਂ ਜ਼ਖਮ ਤੇ, ਅੱਖਰਾਂ ਦਾ ਤਾਂ ਅਸਰ ਅਨੋਖਾ ਮੱਲਮ ਜਿਵੇਂ ਜ਼ਖਮ ਤੇ, ਦਰਦ ਮਿਟਾ ਦੇਵਨ ਦਿਲ ਦਾ ਜਦ ਹੁੰਦੇ ਮੇਰੇ ਵੱਲੇ, ਤੇ ਅਖੀਰਲੀਆਂ ਸਤਰਾਂ ਕਿ ਕਰਾਂ ਇਬਾਦਤ ਤੇਰੀ ਸਾਈਆਂ, ਕਰਾਂ ਇਬਾਦਤ ਤੇਰੀ ਸਾਈਆਂ, ਤੂੰ ਹੀ ਰਾਹ ਰੁਸ਼ਨਾਈ, ਮਾਣ ਨਾ ਆ ਜਾਵੇ ਭੁੱਲ ਕੇ ਵੀ ਰਹਿ ਨਾ ਜਾਵਾਂ ਕੱਲੇ, ਰਹਿ ਨਾ ਜਾਵਾਂ ਕੱਲੇ। ਵਾਹ ਜੀ ਵਾਹ, ਬਹੁਤ ਵਧੀਆ ਲਿਖਦੇ ਹੋ ਪਰਜਿੰਦਰ ਜੀ ਤੁਸੀਂ। ਆਪਣਾ ਤੁਹਾਡੀਆਂ ਗੱਲਾਂ ਬਾਤਾਂ ਏਦਾਂ ਹੀ ਜਾਰੀ ਰਹਿਣਗੀਆਂ, ਆਪਾਂ ਥੋੜੇ ਜਿਹੇ ਕਮਰਸ਼ੀਅਲ ਸੁਨੇਹੇ ਸੁਣ ਲਈਏ। ਹਾਂਜੀ ਤੁਸੀਂ ਸੁਣ ਰਹੇ ਹੋ ਦੇਸੀ ਰੇਡੀਓ 1602 AM ਤੇ ਬਿੱਟੂ ਦੇ ਨਾਲ ਅਨਮੋਲ ਗੀਤਾਂ ਦੀ ਬਹਾਰ। ਅੱਜ ਆਪਾਂ ਪੰਜਾਬ ਤੋਂ ਬਹੁਤ ਹੀ ਵਧੀਆ ਕਵਿਤਰੀ ਪਰਜਿੰਦਰ ਕੌਰ ਕਲੇਰ ਜੀ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ। ਪਰਜਿੰਦਰ ਕੌਰ ਜੀ ਵੈਲਕਮ ਬੈਕ। ਸ਼ੁਕਰੀਆ ਜੀ। ਪਰਜਿੰਦਰ ਕੌਰ ਜੀ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੋ, ਫੇਸਬੁੱਕ ਵਗੈਰਾ ਤੇ, ਔਰ ਅੱਜ ਕੱਲ੍ਹ ਇਹੀ ਜਿੱਦਾਂ ਮੀਡੀਆ ਜਿਹਦੇ ਰਾਹੀਂ ਲੋਕ ਇੱਕ ਦੂਜੇ ਤੱਕ ਪਹੁੰਚ ਕਰਦੇ ਨੇ। ਪਹਿਲਾਂ ਜਦੋਂ ਕਵਿਤਾਵਾਂ ਲਿਖਦੇ ਸੀ ਜਾਂ ਲੋਕੀ ਕਹਾਣੀਆਂ ਲਿਖਦੇ ਸੀ, ਕੋਈ ਵੀ ਸਾਹਿਤਕ ਰਚਨਾ ਹੁੰਦੀ ਸੀ, ਉਹ ਉਦੋਂ ਰਸਾਲੇ ਜਾਂ ਮੈਗਜ਼ੀਨ ਹੁੰਦੇ ਸੀ, ਅਖਬਾਰ ਹੁੰਦੇ ਸੀ, ਉਹਨਾਂ ਨੂੰ ਭੇਜੀ ਜਾਂਦੀ ਸੀ ਤੇ ਸੰਪਾਦਕ ਬੜੀ ਛਾਣਬੀਣ ਕਰਕੇ ਬੜੇ ਮਤਲਬ ਛਾਪਣਾ ਵੀ ਔਖਾ ਹੋ ਕੇ ਛਾਪਦੇ ਸੀ। ਜਿੱਦਾਂ ਨਾਗਮਣੀ ਸੀ ਜਾਂ ਪ੍ਰੀਤ ਲੜੀ ਸੀ, ਕੁਛ ਇਸ ਤਰ੍ਹਾਂ ਦੇ ਬੜੇ ਪਾਇੰਦਾਰ ਰਸਾਲੇ ਸੀ, ਉਹਨਾਂ ਦੇ ਵਿੱਚ ਅਗਰ ਤੁਹਾਡੀ ਕਵਿਤਾ ਛਪ ਜਾਂਦੀ ਸੀ ਤਾਂ ਉਹ ਇੱਕ ਲੇਖਕ ਦੀ ਸਥਾਪਤੀ ਵੱਲ ਕਦਮ ਸੀ ਕਿ ਹਾਂ ਬਾਕੀ ਇਹਨੂੰ ਲਿਖਣਾ ਹੁੰਦਾ। ਅੱਜ ਕੱਲ੍ਹ ਕੰਟਰੋਲ ਤੁਹਾਡੇ ਹੱਥ ਵਿੱਚ ਆ, ਤੁਸੀਂ ਕਵਿਤਾ ਲਿਖਦੇ ਹੋ, ਫੇਸਬੁੱਕ ਤੇ ਪਾ ਦਿੰਦੇ ਹੋ, ਲੋਕ ਵਾਹ ਕਰ ਦਿੰਦੇ ਨੇ ਜਾਂ ਕਰਦੇ ਨਾ ਹੀ ਕਰਦੇ, ਮਤਲਬ ਉਹ ਕਿਹੜੀ ਕਸਵੱਟੀ ਆ ਜਿੱਥੇ ਤੁਹਾਨੂੰ ਹੁਣ ਪਤਾ ਲੱਗਦਾ ਕਿ ਵਾਕਈ ਤੁਸੀਂ ਵਧੀਆ ਲਿਖਦੇ ਹੋ ਜਾਂ ਨਹੀਂ ਲਿਖਦੇ? ਉਹ ਕਿੱਦਾਂ ਪਤਾ ਲੱਗਦਾ ਹੁਣ? ਉਹੀ ਤੇ ਜੀ ਮੈਂ ਪਹਿਲਾਂ ਵੀ ਗੱਲ ਕਰ ਰਹੀ ਸੀ, ਜਿਹੜਾ ਕਮਰਸ਼ਲਾਈਜੇਸ਼ਨ ਹੋ ਚੁੱਕੀ ਹੈ ਲਿਖਤ ਦੀ ਵੀ ਹੁਣ, ਸੋਸ਼ਲ ਮੀਡੀਆ ਨੋ ਡਾਊਟ ਬਹੁਤ ਅਹਿਮ ਰੋਲ ਅਦਾ ਕਰ ਰਿਹਾ ਹੈ ਕਿਸੇ ਨੂੰ ਵੀ ਪਲੇਟਫਾਰਮ ਜਿਹੜਾ ਹੈਗਾ ਵਾ। ਜਿਵੇਂ ਮੈਂ ਵੀ ਦੱਸਿਆ ਕਿ ਹੁਣੇ ਮੈਂ ਵੀ ਫੇਸਬੁੱਕ ਤੇ ਬਹੁਤ ਜ਼ਿਆਦਾ ਐਕਟਿਵ ਹਾਂ ਤੇ ਇਹਦੇ ਨਾਲ ਹਾਂ ਠੀਕ ਹੈ ਹਰ ਇੱਕ ਨੂੰ ਐਕਸਪੋਜ਼ਰ ਤੇ ਜ਼ਰੂਰ ਮਿਲਿਆ, ਪਰ ਇਹ ਹੁਣ ਲੇਖਕ ਤੇ ਵੀ ਹੈ ਕਿ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰ ਰਿਹਾ ਹੈ। ਜਿਵੇਂ ਜੇ ਮੰਨ ਲਓ ਅਸੀਂ ਕੋਈ ਲਿਖਤ ਪਾ ਦਿੰਦੇ ਆ, ਉਹਦੇ ਤੇ ਅੱਛੇ ਕਮੈਂਟ ਵੀ ਆ ਜਾਂਦੇ ਆ, ਨੈਗੇਟਿਵ ਵੀ ਆ ਜਾਂਦੇ ਆ। ਕਈ ਵਾਰ ਈਵਨ ਮੇਰੇ ਨਾਲ ਏਦਾਂ ਹੋਇਆ, ਜਿਵੇਂ ਮੈਂ ਸ਼ੁਰੂ ਚ ਲਿਖਦੀ ਸੀ, ਮੈਨੂੰ ਪਰਸਨਲ ਮੈਸੇਂਜਰ ਤੇ ਵੀ ਜਿਹੜੇ ਅੱਛੇ ਲੇਖਕ ਨੇ, ਅੱਛੇ ਤੁਹਾਨੂੰ ਗਾਈਡ ਕਰਦੇ ਨੇ, ਉਹ ਤੁਹਾਡੀ ਗਲਤੀ ਕੱਢ ਕੇ ਤੁਹਾਨੂੰ ਦੱਸ ਦਿੰਦੇ ਨੇ ਵੀ ਤੁਸੀਂ ਬੇਟਾ ਗਲਤ ਲਿਖਿਆ ਜਾਂ ਇਹ ਹੈ। ਤੇ ਜੇ ਰਾਈਟਰ ਸਿੱਖਣਾ ਚਾਹਵੇ ਤੇ ਉਹਦੇ ਤੋਂ ਸਿੱਖ ਸਕਦਾ ਹੈ, ਉਸ ਦੇ ਵਿੱਚ ਹੋਰ ਸੁਧਾਰ ਕਰ ਸਕਦਾ ਹੈ, ਕਿਉਂਕਿ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ। ਜਿਵੇਂ ਮੈਂ ਵੀ ਅਜੇ ਆਪਣੇ ਆਪ ਨੂੰ ਇਹੀ ਕਹੂੰਗੀ ਕਿ ਮੈਂ ਅਜੇ ਸਿੱਖ ਰਹੀ ਹਾਂ ਤੇ ਇਸ ਚੀਜ਼ ਦਾ ਬੜਾ ਫਾਇਦਾ ਹੁੰਦਾ ਹੈ। ਹੌਲੀ ਹੌਲੀ ਜਿਹੜਾ ਫੇਸਬੁੱਕ ਦੇ ਥਰੂ ਆ, ਮਤਲਬ ਮੈਂ ਵੀ ਕਾਫੀ ਕੁਝ ਸਿੱਖਿਆ ਹੈ। ਪਰ ਇਹ ਬਿਲਕੁਲ ਰਾਈਟਰ ਤੇ ਆ। ਕਈ ਵਾਰੀ ਇਹੋ ਜਿਹਾ ਵੀ ਸੁਣਿਆ ਹੈ ਕਿ ਜੇ ਕੋਈ ਗਲਤੀ ਕੱਢਦਾ ਹੈ ਤੇ ਉਸ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ, ਪਰ ਉਹਦਾ ਕਿਤੇ ਨਾ ਕਿਤੇ ਅੱਗੇ ਜਾ ਕੇ ਲਾਸ ਹੀ ਹੁੰਦਾ ਹੈ ਉਸ ਰਾਈਟਰ ਨੂੰ। ਸਗੋਂ ਮੇਰੇ ਹਿਸਾਬ ਨਾਲ ਜੇ ਤੁਹਾਡੀ ਕੋਈ ਗਲਤੀ ਕੱਢ ਰਿਹਾ ਹੈ ਤੇ ਤੁਹਾਨੂੰ ਉਸਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਹਾਂ ਉਹ ਤੁਹਾਡੇ ਬਾਰੇ ਸੋਚ ਰਿਹਾ ਹੈ, ਉਹ ਤੁਹਾਨੂੰ ਹੋਰ ਅੱਗੇ ਵਧਾਉਣਾ ਚਾਹੁੰਦਾ ਹੈ। ਸੋ ਮੈਂ ਇਸ ਨੂੰ ਇਸ ਤਰੀਕੇ ਦੇ ਨਾਲ ਦੇਖਦੀ ਹਾਂ ਕਿ ਸੋਸ਼ਲ ਮੀਡੀਆ ਦੀ ਇਸ ਤਰੀਕੇ ਦੇ ਨਾਲ ਮਦਦ ਲਈ ਜਾ ਸਕਦੀ ਹੈ। ਪਰਜਿੰਦਰ ਜੀ ਕਹਿੰਦੇ ਲਿਖਣ ਵਾਸਤੇ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਹੋਰ ਲੇਖਕਾਂ ਨੂੰ ਪੜ੍ਹਦੇ ਹੋ, ਹੋਰ ਭਾਸ਼ਾਵਾਂ 'ਚ ਲਿਖਿਆ ਸਾਹਿਤ ਪੜ੍ਹਦੇ ਹੋ, ਵਰਲਡ ਦਾ ਸਾਰਾ ਸਾਹਿਤ ਪੜ੍ਹਦੇ, ਉਹਦੇ ਨਾਲ ਤੁਹਾਡੀ ਜਾਣਕਾਰੀ ਵੱਧਦੀ ਆ, ਤੁਹਾਡਾ ਜਿਹੜੀ ਲਿਖਣੀ ਆ ਉਹ ਤਰਾਸ਼ੀ ਜਾਂਦੀ ਹੈ। ਸੋ ਕੀ ਤੁਸੀਂ ਕਿੰਨਾ ਕੁ ਪੜ੍ਹਦੇ ਹੋ? ਜੀ ਮੈਂ ਵੀ ਕੋਸ਼ਿਸ਼ ਕਰਦੀ ਹਾਂ, ਜਿੰਨਾ ਵੀ ਮੇਰੇ ਕੋਲ ਸਮਾਂ ਹੁੰਦਾ ਹੈ ਮੈਂ ਕਾਫੀ
ਕਿਤਾਬਾਂ ਪੜ੍ਹਦੀ ਹੈਗੀ ਆ। ਜਿਵੇਂ ਮੈਂ ਇੱਕ ਕਿਤਾਬ ਦਾ ਮੈਂ ਇੱਥੇ ਜ਼ਰੂਰ ਜ਼ਿਕਰ ਕਰਾਂਗੀ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਸੀ ਜਦੋਂ ਮੈਂ ਪੜ੍ਹੀ ਸੀ। ਉਹ ਨੀਤੂ ਅਰੋੜਾ ਜੀ ਨੇ ਉਸਨੂੰ ਟਰਾਂਸਲੇਟ ਕੀਤਾ ਹੈ ਤੇ ਉਹ ਕਿਤਾਬ, ਉਸਦਾ ਨਾਮ ਸੀ ਮੈਨੂੰ ਛੁੱਟੀ ਚਾਹੀਦੀ ਹੈ। ਉਹ ਇੱਕ ਔਰਤ ਦੀ ਜ਼ਿੰਦਗੀ ਬਾਰੇ, ਉਹ ਔਰਤ ਕੀ ਸੋਚਦੀ ਹੈ, ਕਿਵੇਂ ਉਹ ਮਹਿਸੂਸ ਕਰਦੀ ਹੈ, ਉਸ ਤੋਂ ਜਦੋਂ ਮੈਂ ਪੜ੍ਹਿਆ ਮੈਨੂੰ ਉਹ ਲੱਗਦਾ ਸੀ ਕਿ ਹਾਂ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈ ਉਹ ਸਾਡੇ ਤੇ ਵੀ ਲੱਗਦੀਆਂ ਹੈਗੀਆਂ ਵਾ। ਸੋ ਇਸ ਤਰੀਕੇ ਨਾਲ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ ਵਿੱਚੋਂ ਕੁਛ ਨਾ ਕੁਛ ਸਾਨੂੰ ਅੱਗੇ ਆਈਡੀਆ ਮਿਲਦਾ ਹੈ। ਤੇ ਲਿਖਣ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਜੇ ਕਹਿ ਲਓ ਕਿ ਕਿਸੇ ਨੇ ਤਰ੍ਹਾਂ ਤਰ੍ਹਾਂ ਦਾ ਖਾਣਾ ਖਾ ਕੇ ਵੇਖਿਆ ਹੈ ਤੇ ਫਿਰ ਹੀ ਉਸਨੂੰ ਪਤਾ ਲੱਗੂ ਕਿ ਜੋ ਉਹ ਬਣਾ ਰਿਹਾ ਉਹ ਸਵਾਦ ਹੈ ਕਿ ਨਹੀਂ, ਉਸਨੂੰ ਫਿਰ ਹੀ ਪਤਾ ਲੱਗੂਗਾ। ਤੇ ਜੇ ਕਿਸੇ ਹੋਰ ਦਾ ਕਦੇ ਖਾਧਾ ਹੀ ਨਹੀਂ ਤੇ ਉਸਨੇ ਆਪਣੇ ਖਾਣੇ ਨੂੰ ਸਵਾਦ ਕਹੀ ਜਾਣਾ ਹੈ। ਸੋ ਇਹ ਫਰਕ ਹੁੰਦਾ ਹੈ ਤੇ ਪੜ੍ਹਨਾ ਬਹੁਤ ਜ਼ਰੂਰੀ ਹੈ ਲਿਖਣ ਵਾਸਤੇ। ਕਿਸੇ ਨੂੰ ਪੜਾਂਗੇ ਤੇ ਫਿਰ ਅਸੀਂ ਵੇਖਾਂਗੇ ਕਿ ਅਸੀਂ ਕੀ ਲਿਖ ਰਹੇ ਹਾਂ, ਕਿਵੇਂ ਦਾ ਲਿਖ ਰਹੇ ਹਾਂ। ਪੰਜਾਬੀ ਲੇਖਕਾਂ ਜਾਂ ਪੰਜਾਬੀ ਸਾਹਿਤਕਾਰਾਂ ਵਿੱਚੋਂ ਤੁਹਾਡਾ ਪਸੰਦੀਦਾ ਲੇਖਕ ਕੌਣ ਹੈ? ਜੀ ਮੈਂ ਸੁਰਜੀਤ ਪਾਤਰ ਜੀ ਨੇ, ਉਹਨਾਂ ਨੂੰ ਵੀ ਬਹੁਤ ਪੜ੍ਹਦੀ ਹਾਂ ਤੇ ਸਾਬਰ ਅਲੀ ਸਾਬਰ ਜੀ ਨੇ ਤੇ ਪਾਕਿਸਤਾਨ ਦੇ ਵੀ ਜਿਹੜੇ ਲੇਖਕ ਨੇ ਤਾਹਿਰਾ ਸਰਾਂ ਜੀ ਹੈਗੇ ਨੇ ਤੇ ਇਹਨਾਂ ਸਾਰਿਆਂ ਨੂੰ ਪੜ੍ਹਦੇ ਹਾਂ। ਸ਼ਿਵ ਕੁਮਾਰ ਬਟਾਲਵੀ ਜੀ ਬਹੁਤ, ਉਹਨਾਂ ਨੇ ਬਿਰਹਾ ਦੇ ਬਾਰੇ, ਜਿਵੇਂ ਬਿਰਹਾ ਦੇ ਕਵੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਸੋ ਇਹ ਸਾਰੇ ਜਿਹੜੇ ਸਤਿਕਾਰਯੋਗ ਹੈਗੇ ਨੇ ਸਾਰੇ, ਬਹੁਤ ਅੱਛਾ ਲਿਖਦੇ, ਬਹੁਤ ਅੱਛਾ ਲਿਖਿਆ ਇਹਨਾਂ ਨੇ ਤੇ ਇਹਨਾਂ ਨੂੰ ਜਿੱਥੇ ਕਿਤੇ ਪੜ੍ਹਨ ਦਾ ਮੌਕਾ ਮਿਲਦਾ ਹੈ ਮੈਂ ਜ਼ਰੂਰ ਪੜ੍ਹਦੀ ਹਾਂ। ਜਦੋਂ ਓਬਵੀਅਸਲੀ ਤੁਸੀਂ ਸ਼ਿਵ ਨੂੰ ਪੜ੍ਹਿਆ, ਪਾਤਰ ਨੂੰ ਪੜ੍ਹਿਆ, ਜਾਂ ਤੁਸੀਂ ਜੇ ਹੋਰ ਵਧੇਰੇ ਪੜ੍ਹਿਆ ਤੇ ਤੁਹਾਨੂੰ ਇਹ ਲੱਗੇਗਾ ਕਿ ਕਦੀ ਜਿੱਦਾਂ ਨਾ ਪੰਜਾਬੀ ਦੇ ਵਿੱਚ ਕਿ ਸਾਹਿਤ ਦੀਆਂ ਧਾਰਨਾਵਾਂ ਚੱਲਦੀਆਂ ਨੇ, ਕਦੀ ਪ੍ਰਗਤੀਵਾਦੀ, ਕਦੀ ਵਿਰਹਾ ਵਾਲੀ ਕਵਿਤਾ, ਕਦੀ ਵੀਰ ਰਸੀ ਕਵਿਤਾਵਾਂ ਚੱਲੀਆਂ, ਕਦੀ ਧਾਰਮਿਕ ਕਵਿਤਾਵਾਂ ਚੱਲੀਆਂ। ਅੱਜ ਕੱਲ੍ਹ ਜਿਹੜਾ ਕੀ ਟ੍ਰੈਂਡ ਚੱਲ ਰਿਹਾ ਪੰਜਾਬੀ ਲੇਖਣੀ 'ਚ, ਕਿਸ ਤਰ੍ਹਾਂ ਦੀਆਂ ਕਵਿਤਾਵਾਂ ਲਿਖਦੇ ਨੇ ਲੋਕ ਅੱਜ ਕੱਲ? ਤੇ ਮੈਂ ਜਿਵੇਂ ਪੂਰਾ ਤੇ ਕਲੀਅਰਲੀ ਇਸ ਚੀਜ਼ ਨੂੰ ਨਹੀਂ ਦੱਸ ਸਕਦੀ ਕਿ ਕਿਸ ਤਰੀਕੇ ਦਾ ਚੱਲ ਰਿਹਾ ਹੈ, ਪਰ ਹਾਂ ਕਾਫੀ ਕੁਛ ਬਦਲਾਵ ਜ਼ਰੂਰ ਆਇਆ ਹੈਗਾ ਹੈ ਕਵਿਤਾ ਦੇ ਵਿੱਚ। ਜਿਸ ਤਰੀਕੇ ਦਾ ਲੋਕ ਆਮ ਭਾਸ਼ਾ, ਪਹਿਲਾਂ ਜਿਵੇਂ ਭਾਸ਼ਾ ਸੀਗੀ ਥੋੜੀ ਜਿਹੀ ਆਮ ਇਨਸਾਨ ਨੂੰ ਉਹ ਸਮਝ ਨਹੀਂ ਸੀ ਲੱਗਦੀ, ਹੁਣ ਕੋਸ਼ਿਸ਼ ਹੁੰਦੀ ਹੈ ਲੇਖਕ ਦੀ ਕਿ ਉਹ ਸਰਲ ਤੋਂ ਸਰਲ ਭਾਸ਼ਾ ਦੇ ਵਿੱਚ ਲਿਖੇ ਜਿਹੜਾ ਕਿ ਆਮ ਵਿਅਕਤੀ ਨੂੰ ਸਮਝ ਲੱਗੇ। ਤੇ ਉਹ ਜਦੋਂ ਆਮ ਵਿਅਕਤੀ ਨੂੰ ਸਮਝ ਲੱਗੂਗੀ ਤੇ ਫਿਰ ਹੀ ਉਹ ਉਸਨੂੰ ਅਪਣਾਉਂਦਾ ਹੈ, ਉਸਨੂੰ ਸਮਝਦਾ ਹੈ। ਕਿਉਂਕਿ ਹੁਣ ਕਿਸੇ ਕੋਲ ਜਿੰਨਾ ਕਹਿ ਲਓ ਕਿ ਜਿੰਨੀ ਫਾਸਟ ਹੁਣ ਸਾਡੀ ਜ਼ਿੰਦਗੀ ਹੋ ਚੁੱਕੀ ਹੈ, ਕਿਸੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਡਿਕਸ਼ਨਰੀ ਲਵੇ ਤੇ ਫਿਰ ਉਹ ਇਸ ਤਰੀਕੇ ਦੇ ਨਾਲ ਉਹ ਵਰਡਸ ਨੂੰ ਸਮਝੇ। ਸੋ ਇਹਦੇ ਨਾਲ ਜਿਹੜਾ ਕਵਿਤਾ 'ਚ ਬਹੁਤ ਜ਼ਿਆਦਾ ਬਦਲਾਵ ਆਇਆ ਹੈ ਤੇ ਭਾਸ਼ਾ ਜਿਹੜੀ ਹੈਗੀ ਉਹ ਥੋੜੀ ਜ਼ਿਆਦਾ ਪਹਿਲਾਂ ਦੇ ਨਾਲੋਂ ਮੈਨੂੰ ਲੱਗਦਾ ਕਿ ਹੁਣ ਕਵੀ ਸਰਲ ਭਾਸ਼ਾ ਦੇ ਵਿੱਚ ਜ਼ਿਆਦਾ ਲਿਖਦੇ ਨੇ। ਸੋ ਪਰਜਿੰਦਰ ਜੀ, ਅੱਜ ਕੱਲ੍ਹ ਜਿੱਦਾਂ ਸੋਸ਼ਲ ਮੀਡੀਆ ਦੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਓਬਵੀਅਸਲੀ ਸੋਸ਼ਲ ਮੀਡੀਆ ਤਾਂ ਹੈ ਹੀ ਇੱਕ ਆਪਣੀ ਜੋ ਵੀ ਤੁਹਾਡੀ ਕ੍ਰੀਏਸ਼ਨ ਆ ਉਹਨੂੰ ਲੋਕਾਂ ਤਾਈਂ ਲਿਜਾਣ ਦਾ। ਵੈਸੇ ਅੱਜ ਕੱਲ੍ਹ ਜਿੱਦਾਂ ਕਿ ਪੰਜਾਬ ਦੇ ਵਿੱਚ ਪਹਿਲਾਂ ਕਾਫੀ ਜਿੱਦਾਂ ਸਾਹਿਤ ਸਭਾਵਾਂ ਹੁੰਦੀਆਂ ਸੀ, ਸਾਹਿਤਕ ਸਮਾਗਮ ਹੁੰਦੇ ਸੀ, ਕਿ ਅਜੇ ਵੀ ਉਸੇ ਤਰ੍ਹਾਂ ਹੀ ਹੁੰਦੇ ਨੇ? ਤੇ ਜੇ ਹੁੰਦੇ ਨੇ ਤਾਂ ਕਿਸ ਰੂਪ 'ਚ ਹੁੰਦੇ ਨੇ? ਜੀ ਹੁੰਦੇ ਨੇ, ਅਜੇ ਵੀ ਸਭਾਵਾਂ ਹੈਗੀਆਂ। ਹੁਣ ਪੰਜਾਬ ਦੇ ਵਿੱਚ ਤੇ ਇਸ ਸਮੇਂ ਬਹੁਤ ਜ਼ਿਆਦਾ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ। ਜਿਵੇਂ ਸਾਡੇ ਪਹਿਲਾਂ ਹੁੰਦਾ ਸੀ ਕਿ ਪੰਜਾਬੀ ਹਫ਼ਤਾ ਮਨਾਇਆ ਜਾਂਦਾ ਸੀਗਾ ਸਕੂਲਾਂ ਕਾਲਜਾਂ ਦੇ ਵਿੱਚ। ਇਸ ਵਾਰ ਸਰਕਾਰ ਨੇ ਸ਼ੁਰੂ ਕੀਤਾ ਹੈ ਕਿ ਪੰਜਾਬੀ ਮਾਹ ਪੂਰਾ ਹਫ਼ਤਾ ਹੀ, ਪੂਰਾ ਮਹੀਨਾ ਹੀ ਇਸ ਨੂੰ ਚਲਾਉਣਾ ਹੈਗਾ ਹੈ। ਤੇ ਸਕੂਲਾਂ ਦੇ ਵਿੱਚ ਹੁਣ ਸ਼ਡਿਊਲ ਆਏ ਆ ਕਿ 14 ਹਫ਼ਤੇ ਤੱਕ ਵੀ ਅਸੀਂ ਪੰਜਾਬੀ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਕਰਕੇ ਤੇ ਬੱਚਿਆਂ ਨੂੰ ਕਰਵਾਉਣੀ, ਪੰਜਾਬੀ ਨੂੰ ਪ੍ਰਮੋਟ ਕਰਨਾ ਹੈ। ਤੇ ਪਹਿਲਾਂ ਜਿਹੜਾ ਭਾਸ਼ਾ ਵਿਭਾਗ ਸੀਗਾ, ਜਿਵੇਂ ਭਾਸ਼ਾ ਵਿਭਾਗ ਦੇ ਵੀ ਹੁਣ ਹਰ ਜ਼ਿਲ੍ਹੇ ਦੇ ਹਿਸਾਬ ਨਾਲ ਜ਼ਿਲ੍ਹਾ ਅਫਸਰ ਲਗਾਏ ਆ, ਤਰਨਤਾਰਨ ਜ਼ਿਲ੍ਹਾ, ਅੰਮ੍ਰਿਤਸਰ ਜ਼ਿਲ੍ਹਾ, ਹਰ ਇੱਕ ਜ਼ਿਲ੍ਹੇ ਦੇ ਵਿੱਚ ਭਾਸ਼ਾ ਅਫਸਰ ਨੇ ਤੇ ਉਹਨਾਂ ਨੂੰ ਅੱਗੇ ਫਰਦਰ ਜੋ ਕੰਮ ਮਿਲੇ ਹੈਗੇ ਆ ਕਿ ਆਪਣੇ ਏਰੀਏ ਦੇ ਜਿੰਨੇ ਵੀ ਲੇਖਕ ਨੇ ਉਹਨਾਂ ਨੂੰ ਇੱਕ ਜਗ੍ਹਾ ਤੇ ਮਤਲਬ ਕਿ ਉਹਨਾਂ ਦੇ ਨਾਮ ਦਰਜ ਕਰਨੇ ਸਰਕਾਰੀ ਤੌਰ ਤੇ। ਸੋ ਸਰਕਾਰ ਤੇ ਪਾਸੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਹੈ ਕਿ ਆਪਣੀ ਭਾਸ਼ਾ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕੀਤਾ ਜਾਵੇ। ਹਰ ਇੱਕ ਜ਼ਿਲ੍ਹੇ ਦੇ ਵਿੱਚ ਸਭਾਵਾਂ ਵੀ ਹੁੰਦੀਆਂ, ਇਹਨਾਂ ਦੀਆਂ ਜੋ ਮੀਟਿੰਗਸ ਹੁੰਦੀਆਂ, ਉਹ ਸਾਰਾ ਕੁਝ ਅਜੇ ਵੀ ਉਸੇ ਤਰੀਕੇ ਨਾਲ ਚੱਲ ਰਿਹਾ ਹੈ। ਸੋਸ਼ਲ ਮੀਡੀਆ ਨੇ ਸਿਰਫ ਉਹਦੇ ਵਿੱਚ ਇੱਕ ਚੀਜ਼ ਐਡ ਅਪ ਕੀਤੀ ਹੈ, ਜੋ ਪਹਿਲਾਂ ਚੱਲਦਾ ਸੀ ਉਹ ਤੇ ਉਸੇ ਤਰੀਕੇ ਚੱਲ ਰਿਹਾ ਹੈ। ਪਰ ਹਾਂ ਇਹਦੇ ਨਾਲ ਇਹ ਹੈ ਕਿ ਜੋ ਨਵੇਂ ਰਾਈਟਰ ਹੈ, ਜਿਨ੍ਹਾਂ ਨੂੰ ਜਿਵੇਂ ਮੈਂ ਹੀ ਆ ਨਿਊ ਰਾਈਟਰ ਆ, ਤੇ ਮੈਨੂੰ ਸੋਸ਼ਲ ਮੀਡੀਆ ਦੇ ਥਰੂ ਇਹਨਾਂ ਸਭਾਵਾਂ ਨੂੰ ਜਾਂ ਇਹਨਾਂ ਨੂੰ ਹੋਰ ਜਾਣਨ ਦਾ ਮੌਕਾ ਮਿਲਿਆ ਹੈ ਤੇ ਉਹ ਚੀਜ਼ ਕੁਝ ਪਲੱਸ ਹੀ ਹੋਈ ਹੈ, ਘਟਿਆ ਕੁਛ ਨਹੀਂ ਹੈ, ਸਗੋਂ ਉਸ ਤੋਂ ਜ਼ਿਆਦਾ ਵਧਿਆ ਹੀ ਹੈ।
ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਨਵਾਂ ਭਾਸ਼ਾ ਅਫਸਰ ਜਾਂ ਇਸ ਤਰ੍ਹਾਂ ਦੀ ਕੁਝ ਨਿਯੁਕਤੀਆਂ ਹੋ ਰਹੀਆਂ, ਪੰਜਾਬ ਦਾ ਭਾਸ਼ਾ ਵਿਭਾਗ ਆ ਬੜੇ ਲੰਬੇ ਸਮੇਂ ਤੋਂ ਹੋਂਦ 'ਚ ਆਇਆ ਹੋਇਆ, ਬੜਾ ਭਾਸ਼ਾ ਲਈ ਉਹਨੇ ਕੰਮ ਕੀਤਾ। ਪਹਿਲਾਂ ਉਸ ਭਾਸ਼ਾ ਵਿਭਾਗ ਵੱਲੋਂ ਇੱਕ ਮੈਗਜ਼ੀਨ ਸ਼ਬਦਾਂ ਦਾ ਸੀ, ਸ਼ਾਇਦ ਜਨ ਸਾਹਿਤ ਦਾ ਨਾਂ ਸੀ, ਇੱਕ ਦੁਨੀਆ ਸੀ, ਸ਼ਾਇਦ ਕਿਸ ਤਰ੍ਹਾਂ ਇੱਕ ਦੋ ਮੈਗਜ਼ੀਨ ਵੀ ਛਪਦੇ ਹੁੰਦੇ ਸੀ। ਕਿ ਅਜੇ ਵੀ ਭਾਸ਼ਾ ਵਿਭਾਗ ਵੱਲੋਂ ਕੋਈ ਮੈਗਜ਼ੀਨ ਵਗੈਰਾ ਛਪਦੇ ਨੇ ਜਾਂ ਉਹ ਸਿਲਸਿਲਾ ਬੰਦ ਹੋ ਗਿਆ? ਭਾਸ਼ਾ ਵਿਭਾਗ ਵੱਲੋਂ ਕਿਤਾਬਾਂ ਵਗੈਰਾ ਵੀ ਟਾਈਮ ਪਾ ਕੇ ਆਉਂਦੀਆਂ ਰਹਿੰਦੀਆਂ ਨੇ, ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਲਗਾਈਆਂ ਜਾਂਦੀਆਂ ਨੇ। ਉਹ ਸਿਲਸਿਲਾ ਉਸੇ ਤਰੀਕੇ ਨਾਲ ਜਿਵੇਂ ਮੈਂ ਅੱਗੇ ਦੱਸਿਆ ਕਿ ਉਹ ਚੱਲ ਰਿਹਾ ਹੈ, ਪਲੱਸ ਉਹਦੇ ਵਿੱਚ ਹੋਰ ਜ਼ਿਆਦਾ ਐਡੀਸ਼ਨ ਹੋਈ ਹੈ। ਉਹ ਸਾਰਾ ਕੰਮ ਜਿਹੜਾ ਹੈ, ਕਿਉਂਕਿ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਜਿਵੇਂ ਸਾਡੀ ਭਾਸ਼ਾ ਅਸੀਂ ਸੁਣਦੇ ਆ ਰਹੇ ਕਾਫੀ ਲੰਬੇ ਸਮੇਂ ਤੋਂ ਕਿ ਪੰਜਾਬੀ ਖਤਮ ਹੋ ਰਹੀ ਹੈ। ਖਤਮ ਹੋਣ ਦਾ ਵੀ ਰੀਜ਼ਨ ਇਹ ਆ ਕਿ ਅਸੀਂ ਇਸ ਨੂੰ ਖੁਦ ਹੀ ਬੋਲਣਾ ਸ਼ਰਮ ਮਹਿਸੂਸ ਕਰਦੇ ਆ। ਜਿਵੇਂ ਅਸੀਂ ਸੋਚਦੇ ਕਿ ਹਾਂ ਅਸੀਂ ਆਪਣੇ ਬੱਚੇ ਨੂੰ ਇੰਗਲਿਸ਼ ਉਹ ਬੋਲਦਾ, ਅਸੀਂ ਖੁਸ਼ ਹੁੰਦੇ ਹਾਂ ਬੱਚਾ ਇੰਗਲਿਸ਼ ਬੋਲ ਰਿਹਾ। ਸੋ ਇਹ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਇਹਦੇ ਵਾਸਤੇ ਜ਼ਿੰਮੇਵਾਰ ਹੈਗੇ। ਭਾਸ਼ਾ ਵਿਭਾਗ ਬਹੁਤ ਵਧੀਆ ਕੰਮ ਕਰ ਰਿਹਾ ਹੈ, ਕਿਤਾਬਾਂ ਵੀ ਬਹੁਤ ਸਮਾਂ ਪਾ ਕੇ ਕੱਢਦੇ ਨੇ, ਨਵੇਂ ਰਾਈਟਰਸ ਨੂੰ ਵੀ ਜੋੜ ਰਹੇ ਨੇ। ਪਰ ਮੇਨ ਜਿੱਥੇ ਕਮੀ ਆ ਰਹੀ ਹੈ ਉਹ ਘਰ ਤੋਂ ਆ ਰਹੀ। ਜਿਵੇਂ ਮੈਂ ਤੁਹਾਨੂੰ ਆਪਣੀ ਗੱਲ ਦੱਸੀ, ਮੇਰੀ ਐਜੂਕੇਸ਼ਨ ਵੀ ਬਾਹਰ ਦੀ ਹੈ, ਮੈਂ ਪੰਜਾਬੀ ਪੜ੍ਹੀ ਵੀ ਨਹੀਂ। ਮੈਂ ਉਸ ਤੋਂ ਬਾਅਦ ਮੇਰੀ ਜੋ ਫੀਲਡ ਹੈ ਉਹ ਵੀ ਮੇਰੀ ਟੈਕਨੀਕਲ ਹੈ, ਮੈਂ ਕਮਰਸ ਪੜ੍ਹੀ ਹਾਂ, ਪਰ ਫਿਰ ਵੀ ਮੈਂ ਪੰਜਾਬੀ ਲਿਖ ਰਹੀ ਹਾਂ। ਉਹਦਾ ਕਾਰਨ ਕੀ ਹੈ ਕਿ ਮੇਰੇ ਘਰ ਵਿੱਚ ਪੰਜਾਬੀ ਸੀ, ਮੇਰੇ ਮਾਤਾ ਪਿਤਾ ਪੰਜਾਬੀ ਬੋਲਦੇ ਸੀ, ਉਹ ਸਾਨੂੰ ਸਿਖਾਉਂਦੇ ਸੀ। ਸੋ ਘਰ ਦੇ ਵਿੱਚ ਪੇਰੈਂਟਸ ਦਾ ਬਹੁਤ ਹੀ ਇੱਕ ਅਹਿਮ ਰੋਲ ਹੈ। ਜੇ ਅਸੀਂ ਆਪਣੀ ਭਾਸ਼ਾ ਬੱਚਿਆਂ ਤੱਕ ਲੈ ਕੇ ਜਾਣੀ, ਬੱਚਿਆਂ ਨੂੰ ਸਿਖਾਣੀ ਹੈ ਕਿ ਇਹਨੂੰ ਜਿਉਂਦੇ ਰੱਖਣਾ ਹੈ, ਤੇ ਪਰਿਵਾਰ ਦਾ ਬਹੁਤ ਜ਼ਿਆਦਾ ਇੱਕ ਅਹਿਮ ਰੋਲ ਹੈਗਾ ਹੈ ਇਸ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ। ਪ੍ਰਜਿੰਦਰ ਜੀ, ਮਤਲਬ ਲੱਕੀਲੀ ਹੈ ਨਾ, ਮੈਨੂੰ ਮੌਕਾ ਮਿਲਿਆ ਕਿ ਮੈਂ ਇੰਗਲੈਂਡ ਰਹਿਣਾ ਔਰ ਮੈਂ ਲਗਭਗ 40-50 ਮੁਲਕ ਦੇਖੇ ਨੇ। ਜਿਹੜੇ ਵੀ ਮੁਲਕ ਵਿੱਚ ਤੁਸੀਂ ਜਾਂਦੇ ਹੋ, ਤੇ ਅਗਰ ਤੁਸੀਂ ਰੇਲਵੇ ਸਟੇਸ਼ਨ ਤੇ ਜਾਂਦੇ ਹੋ, ਬੱਸ ਸਟੈਂਡ ਤੇ ਜਾਂਦੇ ਹੋ, ਜਾਂ ਉੱਥੇ ਉਹਨਾਂ ਦੀ ਜੋ ਨਿਊਜ਼ਪੇਪਰ ਸਟਾਲ ਜਾਂ ਮੈਗਜ਼ੀਨ ਸ਼ਾਪ ਹੁੰਦੀ ਆ, ਉੱਥੇ ਉਹਨਾਂ ਦੀ ਆਪਣੀ ਭਾਸ਼ਾ ਦੀਆਂ ਕਿਤਾਬਾਂ ਪਈਆਂ, ਆਪਣੀ ਭਾਸ਼ਾ ਦੇ ਰਸਾਲੇ, ਆਪਣੀ ਭਾਸ਼ਾ ਦੇ ਨਿਊਜ਼ਪੇਪਰ ਪਏ ਹੁੰਦੇ ਨੇ। ਇੱਕ ਪੰਜਾਬ ਇੱਕ ਇਹੋ ਜਿਹੀ ਜਗ੍ਹਾ ਵਾ ਜਿੱਥੇ ਤੁਸੀਂ ਕਿਸੇ ਵੀ ਰੇਲਵੇ ਸਟੇਸ਼ਨ ਤੇ ਜਾਓ ਤੇ ਮੈਨੂੰ ਲੱਗਦਾ ਅਗਰ ਉਹਨਾਂ ਨੇ 150 ਮੈਗਜ਼ੀਨ ਡਿਸਪਲੇ ਕੀਤਾ ਹੈ ਤਾਂ ਸ਼ਾਇਦ 1 ਜਾਂ 2 ਪੰਜਾਬੀ ਦੇ ਹੋਣਗੇ। ਇਹਦਾ ਕੀ ਕਾਰਨ? ਇਹਦਾ ਕਾਰਨ ਇਹੀ ਆ ਕਿ ਮਤਲਬ ਅਸੀਂ ਜੋ ਵੀ, ਜੇ ਮੰਨ ਲਓ ਹੁਣ ਉੱਥੇ ਅਸੀਂ ਜਾਂਦੇ ਹਾਂ, ਉੱਥੇ ਵੇਖਦੇ ਹਾਂ ਇੰਗਲਿਸ਼ ਹੈ ਤੇ ਹਿੰਦੀ ਹੈ, ਤੇ ਲੋਕ ਉਸ ਚੀਜ਼ ਨੂੰ ਪ੍ਰੈਫਰ ਕਰਦੇ ਨੇ ਕਿ ਅਸੀਂ, ਕਿਉਂਕਿ ਉਹ ਇਸ ਨੂੰ ਇੱਕ ਸਟੇਟਸ ਸਿੰਬਲ ਸਮਝਦੇ ਨੇ। ਮੇਰੇ ਹਿਸਾਬ ਨਾਲ ਜਿਹੜਾ ਬੰਦਾ ਇੰਗਲਿਸ਼ ਦੀ ਅਖਬਾਰ ਫੜ ਲੈਂਦਾ ਹੈ, ਉਹ ਜੇ ਅਸੀਂ ਗੱਲ ਵੀ ਕਰੀਏ ਤੁਸੀਂ ਕਿਹੜਾ ਅਖਬਾਰ ਪੜ੍ਹਦੇ ਹੋ ਜੀ, ਅਜੀਤ ਪੜ੍ਹਦੇ, ਜਗਬਾਣੀ ਪੜ੍ਹਦੇ ਆ, ਹਨਾ, ਉਹ ਕਹਿ ਦਿੰਦੇ ਆ ਕਿ ਇਹ ਛੱਡੋ, ਤੁਸੀਂ ਹਿੰਦੁਸਤਾਨ ਟਾਈਮਸ ਪੜ੍ਹਿਆ ਕਰੋ, ਤੁਸੀਂ ਟ੍ਰਿਬਿਊਨ ਪੜ੍ਹਿਆ ਕਰੋ, ਭਾਵੇਂ ਸਮਝ ਨਾ ਹੀ ਲੱਗੇ। ਹਾਂ, ਬਿਲਕੁਲ ਸਮਝ ਲੱਗੇ ਨਾ ਲੱਗੇ, ਇੱਕ ਸਟੇਟਸ ਸਿੰਬਲ ਹੈ। ਅਸੀਂ ਵੇਖੋ ਹੁਣ ਸਾਡੇ ਸਕੂਲ 'ਚ ਅਸੀਂ ਅਕਸਰ ਬੈਠ ਕੇ ਗੱਲ ਕਰਦੇ ਸੀ। ਇੱਕ ਸਰ ਸਾਡੇ ਨਾਲ, ਉਹਨਾਂ ਨੇ ਬੜੀ ਵਧੀਆ ਗੱਲ ਦੱਸੀ ਸੀਗੀ, ਬਲਕਰਨ ਸਿੰਘ ਨਾਮ ਉਹਨਾਂ ਦਾ। ਉਹਨਾਂ ਨੇ ਦੱਸਿਆ ਕਿ ਅਸੀਂ ਕੀ ਕਰਦੇ ਹਾਂ, ਵੇਖੋ ਆਪਣੇ ਬੱਚੇ ਨੂੰ ਅਸੀਂ ਕਨਵੈਂਟ ਸਕੂਲ ਦੇ ਵਿੱਚ, ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਅਸੀਂ ਉਸਦੀ ਐਡਮਿਸ਼ਨ ਕਰਵਾ ਦਿੰਦੇ ਹਾਂ, ਠੀਕ ਹੈ। ਹੁਣ ਕੀ ਹੁੰਦਾ ਹੈ, ਬੱਚਾ ਇੰਗਲਿਸ਼ ਤੇ ਉਸਨੂੰ ਸਮਝ ਲਓ ਕਿ ਜੇ ਨਹੀਂ ਆਉਂਦੀ, ਮੰਨ ਲਓ ਬੱਚਾ ਨਹੀਂ ਸਿੱਖ ਪਾ ਰਿਹਾ, ਟੀਚਰ ਕੀ ਕਰਦੇ ਆ, ਇੰਗਲਿਸ਼ ਦੀ ਜਗ੍ਹਾ ਤੇ ਉਸਨੂੰ ਹਿੰਦੀ ਸਿਖਾ ਦਿੰਦੇ ਆ, ਠੀਕ ਹੈ। ਪੇਰੈਂਟਸ ਖੁਸ਼ ਹੋ ਜਾਂਦੇ ਕਿ ਮੇਰਾ ਬੱਚਾ ਹਿੰਦੀ ਬੋਲ ਰਿਹਾ ਹੈ। ਉਹ ਇਹ ਨਹੀਂ ਸਮਝ ਪਾ ਰਹੇ ਕਿ ਉਹ ਜਾਂ ਤੇ ਇੰਗਲਿਸ਼ ਹੀ ਬੋਲੇ ਤੇ ਜਾਂ ਤੇ ਉਹ ਪੰਜਾਬੀ ਬੋਲੇ, ਠੀਕ ਹੈ। ਉਹ ਹਿੰਦੀ ਵਿੱਚ ਲਿਆ ਕੇ ਤੇ ਉਹ ਇਹ ਚੀਜ਼ ਸ਼ੋਅ ਕਰ ਰਹੇ ਕਿ ਹਾਂ ਵੀ ਅਸੀਂ ਤੁਹਾਡੇ ਬੱਚੇ ਨੂੰ ਕੁਛ ਵਧੀਆ ਸਿਖਾ ਦਿੱਤਾ ਹੈ। ਜਦ ਕਿ ਭਾਸ਼ਾ ਜਿਹੜੀ ਹੈਗੀ ਹੈ ਉਸਦਾ ਨੌਲੇਜ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨੌਲੇਜ ਇੱਕ ਅਲੱਗ ਚੀਜ਼ ਹੈ, ਭਾਸ਼ਾ ਇੱਕ ਅਲੱਗ ਚੀਜ਼ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂਗੀ, ਜਿਹੜੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ, ਇਹਨਾਂ ਨੇ IAS ਪੰਜਾਬੀ ਭਾਸ਼ਾ 'ਚ ਕਲੀਅਰ ਕੀਤਾ ਹੈ। ਮੈਂ ਇੰਟਰਵਿਊ ਸੁਣ ਰਹੀ ਸੀਗੀ ਸਾਡੀ, ਤੇ ਵੇਖੋ ਤੁਸੀਂ ਕਿ ਪੰਜਾਬੀ ਭਾਸ਼ਾ ਵਿੱਚ IAS ਕਰਨਾ ਇੱਕ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਕੀ ਨਾਮ ਉਹਨਾਂ ਦਾ? ਜੀ ਉਹਨਾਂ ਦਾ ਨਾਮ ਹੈਗਾ ਕੁਲਵੰਤ ਸਿੰਘ ਧੂਰੀ। ਠੀਕ, ਇੱਥੇ ਤੁਹਾਡੇ ਤਰਨਤਾਰਨ ਤੋਂ ਕਿੱਥੇ ਨੇ ਉਹ ਡਿਪਟੀ ਕਮਿਸ਼ਨਰ? ਉਹ ਤਰਨਤਾਰਨ ਦੇ ਵਿੱਚ ਡਿਪਟੀ ਕਮਿਸ਼ਨਰ ਅਪਾਇੰਟ ਨੇ। ਠੀਕ, ਤੇ ਉਹਨਾਂ ਦੀ ਮੈਂ ਇੰਟਰਵਿਊ ਸੁਣੀ ਸੀ ਕਿ ਉਹਨਾਂ ਨੇ ਸ਼ਾਇਦ ਮੇਰੇ ਖਿਆਲ ਨਾਲ ਦੋ ਹੀ ਉਹਨਾਂ ਨੇ ਦੱਸਿਆ ਕਿ IAS ਹੋਏ ਨੇ ਪੰਜਾਬ ਦੇ, ਜਿਨ੍ਹਾਂ ਨੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਆਪਣਾ IAS ਕਲੀਅਰ ਕੀਤਾ। ਤੇ IAS ਬਣਨਾ ਉਹਦੇ ਲਈ ਮਟੀਰੀਅਲ ਚਾਹੀਦਾ ਹੈ, ਤੁਹਾਨੂੰ ਪਤਾ ਕਿੰਨਾ ਜ਼ਿਆਦਾ ਮਟੀਰੀਅਲ ਚਾਹੀਦਾ, ਤੇ ਮਟੀਰੀਅਲ ਪੰਜਾਬੀ ਦੇ ਵਿੱਚ ਇੰਨਾ ਅਵੇਲੇਬਲ ਨਹੀਂ ਹੈਗਾ। ਤੇ ਹੁਣ ਉਹਨਾਂ ਨੇ ਫਿਰ ਵੀ ਇਸ ਚੈਲੰਜ ਨੂੰ ਐਕਸੈਪਟ ਕਰਦੇ ਹੋਏ
ਪੰਜਾਬੀ ਸਕੂਲ 'ਚੋਂ ਪੜ੍ਹੇ, ਸਰਕਾਰੀ ਸਕੂਲ 'ਚ ਪੜ੍ਹੇ। ਮੈਂ ਸਾਰੀ ਇੰਟਰਵਿਊ ਜਿਹੜੀ ਉਹਨਾਂ ਦੀ ਸੁਣ ਰਹੀ ਸੀਗੀ ਤੇ ਪੰਜਾਬੀ ਦੇ ਵਿੱਚ ਉਹਨਾਂ ਨੇ IELTS ਕੀਤਾ। ਸੋ ਇਸ ਤਰੀਕੇ ਦੇ ਜਦੋਂ ਸਾਡੇ ਸਾਹਮਣੇ ਐਗਜ਼ਾਮਪਲਸ ਆਉਣਗੀਆਂ ਕਿ ਇੱਕ IELTS ਬੰਦਾ ਪੰਜਾਬੀ ਪੜ੍ਹ ਕੇ IELTS ਲੱਗ ਰਿਹਾ ਹੈ ਤੇ ਸਾਡਾ ਬੱਚਾ ਵੀ ਪੰਜਾਬੀ ਦੇ ਵਿੱਚ ਜੇ ਅੱਗੇ ਉਸਨੂੰ ਨੌਲੇਜ ਹੋਊਗੀ ਉਹ ਕੁਛ ਨਾ ਕੁਛ ਜ਼ਰੂਰ ਬਣੂਗਾ। ਪਰ ਇਹ ਕਿਤੇ ਨਾ ਕਿਤੇ ਸਾਡੀ ਸਾਰੀ ਸੁਸਾਇਟੀ ਵਿੱਚ ਇਹ ਸਾਡੀ ਸੋਚ ਬਣ ਚੁੱਕੀ ਹੈ ਕਿ ਜੇ ਬੱਚਾ ਇੰਗਲਿਸ਼ ਬੋਲ ਰਿਹਾ ਹੈ ਫਿਰ ਹੀ ਉਹ ਤਰੱਕੀ ਕਰੂਗਾ, ਪੰਜਾਬੀ ਬੋਲ ਰਿਹਾ ਤੇ ਉਹ ਤਰੱਕੀ ਨਹੀਂ ਕਰੂਗਾ। ਇਹ ਬਸ ਇੱਕ ਮਨਗੜੰਤ ਅਸੀਂ ਆਪਣੇ ਆਪ ਹੀ ਆਪਣੇ ਦਿਮਾਗ ਵਿੱਚ ਬਿਠਾ ਲਿਆ ਹੈ। ਸੋ ਜਿਹੜੇ ਜਿੱਦਾਂ ਕਨਵੈਂਟ ਸਕੂਲਾਂ ਦੀ ਤੁਸੀਂ ਗੱਲ ਕੀਤੀ, ਅਗਰ ਬੱਚਾ ਕਨਵੈਂਟ ਸਕੂਲ 'ਚ ਪੜ੍ਹਿਆ ਵਾ, ਜਿੱਦਾਂ ਪਹਿਲਾਂ ਵੀ ਸ਼ਾਇਦ ਜੇ ਅਸੀਂ ਅਹਿਮਦ ਰਜ਼ਾ ਨਾਲ ਗੱਲਬਾਤ ਕਰ ਰਹੇ ਸੀ ਲਾਹੌਰ ਤੋਂ, ਤੇ ਉਹਨਾਂ ਦਾ ਵੀ ਕੁਛ ਇਸੇ ਤਰ੍ਹਾਂ ਦਾ ਇੱਕ ਸਵਾਲ ਸੀ ਕਿ ਜਿਹੜੇ ਕਨਵੈਂਟ ਸਕੂਲਾਂ ਦੇ ਵਿੱਚ ਪੜ੍ਹੇ ਬੱਚੇ ਨੇ ਜਾਂ ਜਿਹੜੇ ਪੰਜਾਬੀ ਸਕੂਲਾਂ 'ਚ ਪੜ੍ਹੇ ਬੱਚੇ ਨੇ ਉਹ ਜਦੋਂ ਜੌਬ ਮਾਰਕੀਟ ਵਿੱਚ ਜਾਂਦੇ ਨੇ ਤੇ ਓਬਵੀਅਸਲੀ ਕਨਵੈਂਟ ਸਕੂਲਾਂ ਦੇ ਪੜ੍ਹੇ ਬੱਚਿਆਂ ਦਾ ਹੱਥ ਉੱਪਰ ਰਹਿੰਦਾ। ਸੋ ਕੀ ਇਹਦਾ ਕੋਈ ਮੈਨੂੰ ਲੱਗਦਾ ਹੱਲ ਤੇ ਨਜ਼ਰ ਆਉਂਦਾ ਨਹੀਂ ਇਸ ਚੀਜ਼ ਦਾ, ਤੇ ਹੈ ਨਾ? ਜੀ ਬਿਲਕੁਲ, ਇਹ ਤੇ ਬਹੁਤ ਵੱਡੀ ਸਮੱਸਿਆ ਹੈ ਨਾ। ਇਹਦਾ ਕਰਕੇ ਹੀ ਤੇ ਬੱਚੇ ਸਾਡੇ ਜਿਹੜੇ ਹੈਗੇ ਆ ਉਹ ਭਾਸ਼ਾ ਤੋਂ ਦੂਰ ਹੋ ਰਹੇ ਨੇ, ਕਿਉਂਕਿ ਜਦੋਂ ਗਲੋਬਲਾਈਜੇਸ਼ਨ ਦਾ ਕਰਕੇ ਜਦੋਂ ਸਾਡੇ ਦੇਸ਼ ਦੇ ਵਿੱਚ ਮਲਟੀਨੈਸ਼ਨਲ ਕੰਪਨੀਜ਼ ਜਿਵੇਂ ਆਈਆਂ ਜਾਂ ਸਾਡੇ ਦੇਸ਼ ਦੇ ਵਿੱਚ ਜੋ ਵੀ ਜਿਸ ਤਰੀਕੇ ਦੇ ਨਾਲ ਵੀ ਕੰਪਨੀਜ਼ ਗਰੋ ਕਰ ਰਹੀਆਂ ਉਹਦੇ ਵਿੱਚ ਜਿੰਨਾ ਵੀ ਕੰਮ ਹੈ ਉਹਨਾਂ ਤੇ ਵੀ ਮੇਰੇ ਹਿਸਾਬ ਨਾਲ ਸਰਕਾਰ ਨੂੰ ਜੇ ਸਰਕਾਰ ਇਹਦੇ 'ਚ ਰੋਲ ਅਦਾ ਕਰੇ, ਸਟੇਟ ਗਵਰਨਮੈਂਟ ਇਹਦੇ ਦੇ ਵਿੱਚ ਕਵੇ ਕਿ ਉਹਦੇ ਵਿੱਚ ਵੀ ਪੰਜਾਬੀ ਦੇ ਵਿੱਚ ਕੰਮ ਹੋਣਾ ਚਾਹੀਦਾ। ਜਿਵੇਂ ਸਾਨੂੰ ਇੰਸਟਰਕਸ਼ਨ ਹੈ ਸਰਕਾਰੀ ਸਕੂਲਾਂ ਦੇ ਵਿੱਚ ਹੈ, ਸਾਡਾ ਸਾਰਾ ਕੰਮ ਪੰਜਾਬੀ 'ਚ ਹੁੰਦਾ ਹੈ। ਸਾਡੇ ਈਵਨ ਅਸੀਂ ਜੋ ਸਵੇਰੇ ਸਾਈਨ ਕਰਦੇ ਹਾਂ, ਹਾਜ਼ਰੀ ਲਗਾਉਂਦੇ, ਹਾਜ਼ਰੀ ਰਜਿਸਟਰ ਤੇ ਉਹ ਵੀ ਸਾਡੀ ਪੰਜਾਬੀ 'ਚ ਹੁੰਦੀ ਹੈ। ਬੱਚਿਆਂ ਦੀ ਜੋ ਅਟੈਂਡੈਂਸ ਅਸੀਂ ਲਗਾਉਂਦੇ ਹਾਂ, ਅਸੀਂ ਪੀ ਤੋਂ ਜਿਵੇਂ ਪ੍ਰੈਜ਼ੈਂਟ ਲਿਖਦੇ ਹਾਂ ਉਹ ਨਹੀਂ, ਅਸੀਂ ਉੱਥੇ ਹਾਹਾ ਲਿਖਦੇ, ਹਾਜ਼ਰੀ ਲਿਖਦੇ, ਮਤਲਬ ਹਾਜ਼ਰ ਲਿਖਦੇ ਬੱਚੇ ਨੂੰ। ਮੈਨੂੰ ਮੈਂ ਤੁਹਾਨੂੰ ਮੈਂ ਪੰਜਾਬੀ ਸਕੂਲ 'ਚ ਪੜ੍ਹਿਆ ਵਾਂ, ਉੱਥੋਂ ਪੰਜਾਬੀ ਸਕੂਲ 'ਚੋਂ ਪੜ੍ਹ ਕੇ ਆਇਆ, ਪਰ ਸਾਡੇ ਉਸ ਪੰਜਾਬੀ ਸਕੂਲ ਦੇ ਵਿੱਚ ਰਜਿਸਟਰ ਦੇ ਵਿੱਚ ਉਹ ਪੀ ਪਾਉਂਦੇ ਸੀ, ਹਾਹਾ ਨਹੀਂ ਸੀ ਪਾਉਂਦੇ। ਮੈਂ ਦੇਖਿਆ, ਮੈਨੂੰ ਯਾਦ ਆ। ਨਹੀਂ, ਹੁਣ ਕਾਫੀ ਬਦਲਾਵ ਆ ਚੁੱਕਿਆ। ਉਹੀ ਮੈਂ ਅੱਗੇ ਗੱਲ ਕੀਤੀ ਕਿ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਅਸੀਂ ਹਰ ਪੱਖੋਂ ਪੰਜਾਬੀ ਨੂੰ ਹੀ ਅੱਗੇ ਲੈ ਕੇ ਆਈਏ। ਅਸੀਂ ਜੋ ਛੁੱਟੀ ਲੈਂਦੇ ਹਾਂ, ਅਰਜ਼ੀ ਲਿਖਦੇ ਹਾਂ, ਅਸੀਂ ਪੰਜਾਬੀ 'ਚ ਲਿਖਦੇ ਹਾਂ। ਹਾਜ਼ਰੀ ਰਜਿਸਟਰ ਤੇ ਵੀ ਅਸੀਂ ਹਾਹਾ ਪਾਉਂਦੇ, ਛੁੱਟੀ ਵਾਸਤੇ ਅਸੀਂ ਉੱਥੇ ਸ਼ੀਸ਼ਾ ਪਾ ਦਿੰਦੇ ਹਾਂ, ਗੈਰ ਹਾਜ਼ਰੀ ਲਈ ਗੱਗਾ, ਹੈ ਨਾ। ਸੋ ਅਸੀਂ ਪੰਜਾਬੀ ਵੱਧ ਤੋਂ ਵੱਧ ਕੀ ਸਾਰਾ ਕੰਮ ਹੀ ਪੰਜਾਬੀ ਦੇ ਵਿੱਚ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਇਹ ਸਰਕਾਰ ਦਾ ਵੇਖੋ ਫੈਸਲਾ ਹੈ, ਸਕੂਲ ਤੇ ਲਾਗੂ ਹੋਇਆ ਹੈ, ਬਹੁਤ ਅੱਛਾ ਫੈਸਲਾ ਹੈ ਤੇ ਅਸੀਂ ਵੀ ਇਸ ਤਰੀਕੇ ਨਾਲ ਕਰ ਰਹੇ ਹਾਂ। ਸੋ ਕੁਛ ਨਾ ਕੁਛ ਸਰਕਾਰ ਦੇ ਹੱਥ ਹੈਗਾ ਹੈ ਜੀ, ਇਹਨਾਂ ਕੰਪਨੀਜ਼ ਦੇ ਵਿੱਚ ਵੀ ਮਤਲਬ ਕਿ ਇਸ ਤਰੀਕੇ ਦੇ ਨਾਲ ਹੋ ਸਕੇ ਤੇ ਹੋ ਸਕਦਾ ਹੈ ਫਿਰ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਕਿਤੇ ਜੋ ਸ਼ਰਮ ਮਹਿਸੂਸ ਕਰਦੇ ਨੇ, ਮੈਨੂੰ ਲੱਗਦਾ ਕਿ ਬੱਚੇ ਸ਼ਰਮ ਮਹਿਸੂਸ ਕਰਦੇ ਨੇ ਪੰਜਾਬੀ ਬੋਲ ਕੇ, ਤੇ ਉਹ ਚੀਜ਼ ਥੋੜੀ ਕਿਤੇ ਸਹੀ ਹੋਊਗੀ। ਥੋੜਾ ਟਾਈਮ ਲੱਗੂਗਾ ਪਰ ਹੋ ਸਕਦੀ ਹੈ। ਪਰਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿਉਂਕਿ ਆਮ ਤੌਰ ਤੇ ਅਸੀਂ ਜਿੰਨੇ ਵੀ ਮਤਲਬ ਲੋਕਾਂ ਨੂੰ ਬੈਕ ਹੋਮ ਤੋਂ ਇੰਟਰਵਿਊ ਕਰਦੇ ਉਹ ਸਾਰੇ ਕਹਿੰਦੇ ਜੀ ਸਰਕਾਰ ਕੁਛ ਨਹੀਂ ਕਰਦੀ, ਸਰਕਾਰ ਨਹੀਂ। ਤੁਸੀਂ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਕਿ ਇੰਨਾ ਪੋਜ਼ਿਟਿਵ ਤਰੀਕੇ ਨਾਲ ਸਰਕਾਰ ਜਿਹੜੇ ਕੰਮ ਕਰ ਰਹੀ ਆ ਉਹਨਾਂ ਦਾ ਵੀ ਜ਼ਿਕਰ, ਕਿਉਂਕਿ ਜੋ ਕੋਈ ਵੀ ਬੰਦਾ ਜਿਹੜਾ ਵੀ ਕੋਈ ਪੋਜ਼ਿਟਿਵ ਕੰਮ ਕਰਦਾ, ਚਾਹੇ ਉਹ ਸਰਕਾਰ ਆ ਚਾਹੇ ਉਹ ਨਹੀਂ ਹੈ, ਅਗਰ ਉਹਨੇ ਸਹੀ ਕੀਤਾ ਤਾਂ ਸਹੀ ਨੂੰ ਸਹੀ ਕਹਿਣਾ ਬਣਦਾ ਵਾ। ਕਿਉਂਕਿ ਆਮ ਤੌਰ ਤੇ ਲੋਕੀ ਸਰਕਾਰ ਦੀ ਨੁਕਤਾਚੀਨੀ ਹੀ ਕਰਦੇ ਆ ਕਿ ਉਹ ਆਹ ਨਹੀਂ ਕੀਤਾ, ਕਦੇ ਮੈਨੂੰ ਆਹ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਮਤਲਬ ਕਿਸੇ ਵੀ ਸਾਹਿਤਕਾਰ ਨੇ ਅੱਜ ਤੱਕ ਇਹ ਗੱਲਾਂ ਦਾ ਜ਼ਿਕਰ ਨਹੀਂ ਕੀਤਾ ਅੱਜ ਤੱਕ। ਬੜੀ ਮਤਲਬ ਖੁਸ਼ੀ ਹੈ, ਬੜਾ ਧੰਨਵਾਦ ਕਰਦੇ ਸੀ ਤੁਹਾਡਾ। ਤੇ ਬਾਕੀ ਹੁਣ ਸਮਾਂ ਥੋੜਾ ਮੁੱਕਦਾ ਜਾ ਰਿਹਾ, ਜਿਹੜੀ ਤੁਸੀਂ ਹੁਣ ਤੱਕ ਕਵਿਤਾਵਾਂ ਲਿਖੀਆਂ ਨੇ ਉਹਨਾਂ ਚੋਂ ਤੁਹਾਨੂੰ ਸਭ ਤੋਂ ਤੁਹਾਡੀ ਪਸੰਦੀਦਾ ਕਵਿਤਾ ਕਿਹੜੀ ਹੈ? ਜੀ ਹਾਂ, ਮੈਂ ਉਹ ਜ਼ਰੂਰ ਸੁਣਾਉਣਾ ਚਾਹਾਂਗੀ। ਇਹ ਕਵਿਤਾ ਮੇਰੇ ਬਹੁਤ ਦਿਲ ਦੇ ਕਰੀਬ ਨੇ ਤੇ ਕਰੀਬ ਹੈਗੀ ਹੈ, ਤੇ ਇਹ ਕਵਿਤਾ ਮੇਰੀ ਪਾਕਿਸਤਾਨ 'ਚ ਵੀ ਪਬਲਿਸ਼ ਹੋਈ ਸੀਗੀ ਤੇ ਉਹ ਮੈਂ ਇੱਥੇ ਇਹ ਕਵਿਤਾ ਕਿਉਂਕਿ ਨਾ ਇੱਕ ਔਰਤ ਦੇ ਅੰਦਰ ਦਾ ਗੁੱਸਾ, ਗੁਰੂਰ, ਦਰਦ ਸਭ ਕੁਝ ਬਿਆਨ ਕਰਦੀ ਹੈ ਤੇ ਇਸ ਤੇ ਬੋਲ ਨੇ ਮੈਂ ਇੱਥੇ ਬੋਲ ਕੇ ਤੁਹਾਨੂੰ ਸੁਣਾਉਣ ਲੱਗੀ ਹਾਂ। ਹਾਂਜੀ। ਉਹ ਖਤਰਨਾਕ ਕਹਿੰਦੇ ਨੇ, ਉਹ ਖਤਰਨਾਕ ਕਹਿੰਦੇ ਨੇ, ਮੈਂ ਹੱਸ ਕੇ ਹਾਮੀ ਭਰਦੀ ਹਾਂ। ਉਹ ਖਤਰਨਾਕ ਕਹਿੰਦੇ ਨੇ, ਮੈਂ ਹੱਸ ਕੇ ਹਾਮੀ ਭਰਦੀ ਹਾਂ। ਕਿਉਂ ਡਰਦੇ ਨੇ ਉਹ ਮੇਰੇ ਤੋਂ, ਆਓ ਤੁਹਾਨੂੰ ਮੈਂ ਦੱਸਦੀ ਹਾਂ। ਉਹ ਖਤਰਨਾਕ ਕਹਿੰਦੇ ਨੇ, ਮੈਂ ਹੱਸ ਕੇ ਹਾਮੀ ਭਰਦੀ ਹਾਂ। ਕਿਉਂ ਡਰਦੇ ਨੇ ਉਹ ਮੇਰੇ ਤੋਂ, ਆਓ ਤੁਹਾਨੂੰ ਮੈਂ ਦੱਸਦੀ ਹਾਂ। ਮੈਂ ਆਪਣੇ ਦਿਲ ਦੇ ਭਾਵਾਂ ਨੂੰ ਕਲਮ ਦੀ ਨੋਕ ਤੇ ਰੱਖ ਕੇ ਤੇਰੇ ਸੀਨੇ ਚੋਂ ਕਰਦਾ ਪਾਰ। ਬੜੀ ਖੁੰਖਾਰ ਔਰਤ ਹਾਂ, ਮੈਂ ਖਤਰਨਾਕ ਔਰਤ ਹਾਂ। ਹੈ ਵੱਖਰਾ ਰੂਪ ਇਹ ਮੇਰਾ, ਹੈ ਵੱਖਰਾ ਰੂਪ ਇਹ ਮੇਰਾ। ਅਨੇਕਾਂ ਹੱਥ ਨੇ ਮੇਰੇ, ਪਕਾਉਂਦੇ ਨੇ ਕਮਾਉਂਦੇ ਨੇ, ਪਕਾਉਂਦੇ ਨੇ ਕਮਾਉਂਦੇ ਨੇ। ਬੜੀ ਖੁਦਾਰ ਔਰਤ ਹਾਂ, ਮੈਂ ਖਤਰਨਾਕ ਔਰਤ ਹਾਂ।
ਮੈਨੂੰ ਰੱਖਦਾ ਦਬਾ ਕੇ ਤੂੰ, ਮੈਨੂੰ ਰੱਖਦਾ ਦਬਾ ਕੇ ਤੂੰ, ਕਿਤੇ ਹੱਕ ਮੰਗ ਨਾ ਬੈਠਾ, ਮੈਨੂੰ ਰੱਖਦਾ ਦਬਾ ਕੇ ਤੂੰ, ਕਿਤੇ ਹੱਕ ਮੰਗ ਨਾ ਬੈਠਾ, ਮੈਂ ਦੱਬ ਕੇ ਵੀ ਹਾਂ ਖੁਸ਼ ਰਹਿੰਦੀ, ਮੈਂ ਦੱਬ ਕੇ ਵੀ ਹਾਂ ਖੁਸ਼ ਰਹਿੰਦੀ, ਬੜੀ ਦਿਲਦਾਰ ਔਰਤ ਹਾਂ, ਮੈਂ ਖਤਰਨਾਕ ਔਰਤ ਹਾਂ। ਅਖੀਰਲੀਆਂ ਲਾਈਨਾਂ ਇਹ, ਕਈ ਮੈਂ ਕਤਲ ਕੀਤੇ ਨੇ, ਕਈ ਮੈਂ ਕਤਲ ਕੀਤੇ ਨੇ, ਕਈ ਮੈਂ ਹੋਰ ਕਰਨੇ ਨੇ, ਕਈ ਮੈਂ ਕਤਲ ਕੀਤੇ ਨੇ, ਕਈ ਮੈਂ ਹੋਰ ਕਰਨੇ ਨੇ, ਮੈਂ ਨਿੱਤ ਹਾਂ ਮਾਰਦੀ ਸੁਪਨੇ, ਮੈਂ ਨਿੱਤ ਹਾਂ ਮਾਰਦੀ ਸੁਪਨੇ, ਕਾਤਿਲ ਕਰਾਰ ਔਰਤ ਹਾਂ, ਮੈਂ ਖਤਰਨਾਕ ਔਰਤ ਹਾਂ, ਮੈਂ ਖਤਰਨਾਕ ਔਰਤ ਹਾਂ। ਵਾਹ ਜੀ ਵਾਹ, ਬਹੁਤ ਵਧੀਆ ਪ੍ਰਜਿੰਦਰ ਜੀ, ਬਹੁਤ ਵਧੀਆ ਕਵਿਤਾ ਤੁਹਾਡੀ। ਸੋ ਪ੍ਰਜਿੰਦਰ ਜੀ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਤੁਸੀਂ ਗਾਉਂਦੇ ਵੀ ਹੋ, ਕਵਿਤਾ ਨੂੰ ਗਾਉਂਦੇ ਵੀ ਹੋ, ਸੋ ਉਹ ਕਿਹੜੀ ਕਵਿਤਾ ਜਿਹੜੀ ਤੁਹਾਨੂੰ ਗਾਉਣੀ ਸਭ ਤੋਂ ਵਧੀਆ ਲੱਗਦੀ ਹੈ, ਤਰੰਨਮ ਚ ਗਾਉਣੀ ਜਿਹੜੀ ਸਭ ਤੋਂ ਵਧੀਆ ਲੱਗਦੀ ਹੈ? ਤਰੰਨਮ ਚ ਗਾਣੀ ਮੈਨੂੰ ਇੱਕ ਹੈਗੀ ਹੈ ਕਵਿਤਾ, ਉਸਦੇ ਮਤਲਬ ਦੋ ਹੀ ਲਾਈਨਾਂ ਮੈਂ ਇੱਥੇ ਹਾਂਜੀ ਗਾਵਾਂਗੀ। ਨਾ ਪੁੱਛ ਤੂੰ ਸਾਨੂੰ, ਨਾ ਪੁੱਛ ਤੂੰ ਸਾਨੂੰ, ਕਿੱਦਾਂ ਗੁਜ਼ਰਦੀ ਏ ਦਿਨ ਤੇਰੇ, ਨਾ ਪੁੱਛ ਤੂੰ ਸਾਨੂੰ, ਨਾ ਪੁੱਛ ਤੂੰ ਸਾਨੂੰ, ਨਾ ਦਿਨ ਚੜ੍ਹਦਾ ਨਾ ਰਾਤ ਹੁੰਦੀ ਏ, ਨਾ ਦਿਨ ਚੜ੍ਹਦਾ ਨਾ ਰਾਤ ਹੁੰਦੀ ਏ, ਨਾ ਸ਼ਾਮ ਢਲਦੀ ਏ ਦਿਨ ਤੇਰੇ, ਨਾ ਸ਼ਾਮ ਢਲਦੀ ਏ ਦਿਨ ਤੇਰੇ, ਨਾ ਪੁੱਛ ਤੂੰ ਸਾਨੂੰ, ਨਾ ਪੁੱਛ ਤੂੰ ਸਾਨੂੰ। ਬਹੁਤ ਵਧੀਆ ਪ੍ਰਜਿੰਦਰ ਜੀ, ਬਹੁਤ ਤੁਹਾਡੀ ਲੇਖਣੀ ਔਰ ਜਿਹੜੀ ਤੁਹਾਡੀ ਆਵਾਜ਼ ਹੈ ਦੋਨੋਂ ਹੀ ਬਹੁਤ ਵਧੀਆ ਨੇ। ਸੋ ਪ੍ਰਜਿੰਦਰ ਜੀ, ਓਬਵੀਅਸਲੀ ਜਦੋਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਸਾਡੇ ਕੋਲ ਕਾਫੀ ਫੋਨ ਕਾਲਸ ਆ ਰਹੀਆਂ ਨੇ। ਅਨਫੋਰਚੂਨੇਟਲੀ ਅੱਜ ਅਸੀਂ ਕਾਲਸ ਨਹੀਂ ਲੈ ਰਹੇ, ਕਾਲ ਇਨ ਨਹੀਂ ਲੈ ਰਹੇ, ਤੇ ਅਗਰ ਜਿਹੜੇ ਸਾਡੇ ਲਿਸਨਰਸ ਨੇ ਉਹ ਓਬਵੀਅਸਲੀ ਤੁਹਾਡੀਆਂ ਉਹਨਾਂ ਨੂੰ ਗੱਲਾਂ ਜਾਂ ਕਵਿਤਾਵਾਂ ਚੰਗੀਆਂ ਲੱਗਦੀਆਂ ਨੇ, ਅਗਰ ਉਹ ਤੁਹਾਡੇ ਨਾਲ ਰਾਬਤਾ ਬਣਾਉਣਾ ਚਾਹੁੰਦੇ ਹੋਣ, ਤੁਹਾਨੂੰ ਹੋਰ ਤੁਹਾਡੀਆਂ ਕਵਿਤਾਵਾਂ ਦੇਖਣੀਆਂ ਜਾਂ ਸੁਣਨੀਆਂ ਚਾਹੁੰਦੀਆਂ ਹੋਣ, ਤਾਂ ਤੁਹਾਨੂੰ ਕਿਸ ਤਰ੍ਹਾਂ ਕੰਟੈਕਟ, ਕਿਸ ਤਰ੍ਹਾਂ, ਕਿੱਥੇ ਕੀਤਾ ਜਾ ਸਕਦਾ? ਜੀ ਮੇਰੇ ਨਾਲ ਫੇਸਬੁੱਕ ਤੇ ਹੀ ਕੰਟੈਕਟ ਕਰਦੇ ਨੇ, ਕਿਉਂਕਿ ਮੈਸੇਂਜਰ ਤੇ ਵੀ ਮੈਂ ਜਵਾਬ ਦਿੰਦੀ ਆ ਮੈਸੇਂਜਰ ਤੇ ਫੇਸਬੁੱਕ ਵੀ ਮੇਰੀ ਪ੍ਰੋਫਾਈਲ ਪਬਲਿਕ ਹੈਗੀ ਹੈ, ਜਿਸ ਕਿਸੇ ਨੇ ਵੀ ਉਹਦੇ ਤੇ ਮੇਰੇ ਨਾਲ ਸੰਪਰਕ ਕਰਨਾ ਹੁੰਦਾ ਹੈ। ਪਰਜਿੰਦਰ ਕੌਰ ਕਲੇਰ ਨਾਮ ਦੀ ਆਈਡੀ ਹੈ, ਤੇ ਉੱਥੋਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮੈਸੇਂਜਰ ਤੇ ਮੈਸੇਜ ਵੀ ਹੋ ਜਾਂਦਾ ਹੈ, ਕਾਲ ਵੀ ਉਹਦੇ ਤੇ ਹੋ ਜਾਂਦੀ ਹੈ, ਸੋ ਮੈਂ ਉਹਦੇ ਥਰੂ ਹੀ ਕੰਟੈਕਟ ਕਰਦੀ ਹੈਗੀ। ਸੋ ਪ੍ਰਜਿੰਦਰ ਕੌਰ ਜੀ, ਅਗਰ ਸਾਡੇ ਇੱਥੇ ਬੱਚੇ ਜਿਹੜੇ ਇੱਥੋਂ ਦੇ ਬੋਰਨ ਨੇ ਬੱਚੇ, ਅਗਰ ਉਹ ਜਿੱਦਾਂ ਪੰਜਾਬੀ ਨਾਲ ਜੁੜਨਾ ਚਾਹੁਣ ਤਾਂ ਉਹਨਾਂ ਲਈ ਕੋਈ ਤੁਹਾਡੇ ਕੋਲ ਕੀ ਸੁਜੈਸ਼ਨ ਆ, ਉਹ ਕਿਸ ਤਰ੍ਹਾਂ ਵਧੇਰੇ ਪੰਜਾਬੀ ਨਾਲ ਜੁੜ ਸਕਦੇ? ਬੱਚਿਆਂ ਵਾਸਤੇ ਤੇ ਮੈਂ ਇਹੀ ਕਹਾਂਗੀ ਕਿ ਜਿਵੇਂ ਪੇਰੈਂਟਸ ਦੇ ਨਾਲ ਬੱਚੇ ਘਰ ਦੇ ਵਿੱਚ ਪੰਜਾਬੀ ਬੋਲਣ, ਪੇਰੈਂਟਸ ਇਹਦੇ ਵਿੱਚ ਜ਼ਿਆਦਾ ਇੱਕ ਅਹਿਮ ਰੋਲ ਅਦਾ ਕਰ ਸਕਦੇ ਨੇ ਕਿ ਬੱਚਿਆਂ ਦੇ ਨਾਲ ਉਹ ਪੰਜਾਬੀ ਦੇ ਵਿੱਚ ਗੱਲ ਕਰਨ। ਤੇ ਫਿਰ ਬੱਚਿਆਂ ਦੇ ਨਾਲ ਜਿਵੇਂ ਹੋਰ ਬੁੱਕਸ ਵੀ ਕਾਫੀ ਅਵੇਲੇਬਲ ਨੇ, PDF ਫਾਰਮ ਦੇ ਵਿੱਚ ਵੀ ਮਿਲ ਜਾਂਦੀਆਂ ਨੇ, ਤੇ ਪੇਰੈਂਟਸ ਨੂੰ ਚਾਹੀਦਾ ਕਿ ਹਾਂ ਉਹ ਬੱਚੇ ਵੱਡੇ ਆ ਤੇ ਖੁਦ ਵੀ ਰੀਡ ਕਰ ਸਕਦੇ ਆ ਉਹਨਾਂ ਨੂੰ, ਜੇ ਉਹ ਪੜ੍ਹਨੀ ਆਉਂਦੀ ਹੈ। ਤੇ ਜੇ ਨਹੀਂ ਆਉਂਦੀ ਤੇ ਪੇਰੈਂਟਸ ਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਚਾਹੇ ਉਹ ਕਿਸੇ ਵੀ ਮੁਲਕ ਦੇ ਵਿੱਚ ਹੈਗੇ, ਆਪਣੀ ਜਿਹੜੀਆਂ ਸਾਡੀਆਂ ਜੜ੍ਹਾਂ ਨੇ ਉਹ ਸਾਡੀਆਂ ਪੰਜਾਬ ਦੀ ਨੇ। ਤੇ ਬੱਚਾ ਕਹਿ ਲਓ ਕਿ ਜਦੋਂ ਆਪਣੀ ਮਾਂ ਬੋਲੀ ਤੋਂ ਦੂਰ ਹੋ ਜਾਂਦਾ ਹੈ, ਅਸੀਂ ਕਹਿ ਲਓ ਕਿ ਉਸਦੀ ਆਵਾਜ਼ ਉਸਦੀ ਅਸੀਂ ਖੋਹ ਲੈਂਦੇ ਹਾਂ। ਸੋ ਜਿਵੇਂ ਹੁਣ ਥੋੜੇ ਚਿਰ ਪਹਿਲਾਂ ਇੱਥੇ ਤੁਹਾਨੂੰ ਪਤਾ ਹੈ, ਵਰਲਡ ਵਾਈਡ ਪਤਾ ਹੈ ਕਿ ਕਿਸਾਨੀ ਸੰਘਰਸ਼ ਚੱਲਿਆ ਸੀਗਾ। ਹਾਂਜੀ। ਸੋ ਮੈਂ ਆਪਣੇ ਬੱਚਿਆਂ ਨੂੰ ਕਲਾਸ ਦੇ ਵਿੱਚ ਵੀ ਦੱਸਦੀ ਸੀ ਕਿ ਵੇਖੋ ਉਸ ਸੰਘਰਸ਼ ਦੇ ਵਿੱਚ ਕਿੰਨੇ ਨੇਤਾ ਸੀਗੇ, ਕਿੰਨੇ ਆਗੂ ਸੀਗੇ, ਨੇਤਾ ਕਹਿਤਾ ਸੌਰੀ ਗਲਤੀ ਨਾ, ਜਿੰਨੇ ਆਗੂ ਸੀ, ਕਿਸਾਨ ਆਗੂ ਸੀਗੇ, ਲੀਡਰ ਸੀਗੇ, ਹਨਾ। ਉਹ ਜੋ ਭਾਸ਼ਣ ਦਿੰਦੇ ਸੀ ਉਹਦੇ ਵਿੱਚ ਜੋ ਸਾਰੇ ਸੁਣਨ ਵਾਲੇ ਸੀ ਉਹਨਾਂ ਵਿੱਚ ਇੱਕ ਜੋਸ਼ ਆਉਂਦਾ ਸੀ। ਤੇ ਜੇ ਹੁਣ ਅਸੀਂ ਉਸ ਬੰਦੇ ਦੀ ਭਾਸ਼ਾ ਹੀ ਲੈ ਲਾਂਗੇ, ਉਹ ਆਪਣੀ ਭਾਸ਼ਾ ਨੂੰ ਵਿਅਕਤ ਨਹੀਂ ਕਰ ਪਾਊਗਾ, ਕੁਛ ਬੋਲ ਹੀ ਨਹੀਂ ਪਾਊਗਾ।
ਤੇ ਫਿਰ ਇਸ ਤਰੀਕੇ ਦੇ ਜੋ ਆਗੂ ਹੈਗੇ ਨੇ ਹਨਾ, ਉਹ ਕਿਸੇ ਨੂੰ ਜਦੋਂ ਆਪਣੀ ਭਾਸ਼ਾ ਨਹੀਂ ਰਹੂਗੀ ਤੇ ਫਿਰ ਅਸੀਂ ਇਸ ਤਰੀਕੇ ਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਅਸੀਂ ਅੱਗੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕਦੇ। ਸੋ ਸਾਨੂੰ ਅੱਗੇ ਵਧਣ ਵਾਸਤੇ ਸਾਡੀ ਭਾਸ਼ਾ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ, ਤੇ ਭਾਸ਼ਾ ਉਹੀ ਸਾਡੀ ਹੁੰਦੀ ਹੈ ਜਿਹੜੀ ਸਾਡੀ ਮਾਂ ਸਿਖਾਉਂਦੀ ਹੈ, ਜਿਹਦੇ ਵਿੱਚ ਅਸੀਂ ਸੁਪਨੇ ਲੈਂਦੇ ਹਾਂ। ਜਿਹੜੀ ਸਾਡੀ ਸੁਪਨਿਆਂ ਦੀ ਭਾਸ਼ਾ ਹੁੰਦੀ ਹੈ ਉਹੀ ਸਾਡੀ ਅਸਲ ਭਾਸ਼ਾ ਹੈ, ਉਹਦੇ ਨਾਲ ਸਾਨੂੰ ਜੁੜੇ ਰਹਿਣਾ ਚਾਹੀਦਾ ਹੈ ਹਮੇਸ਼ਾ। ਅਲਫਾਜ਼ੇ ਅਹਿਸਾਸ, ਇਹ ਜਿਹੜੀ ਤੁਹਾਡੀ ਕਿਤਾਬ ਆ, ਇਹ ਅਗਰ ਕੋਈ ਪੜ੍ਹਨਾ ਚਾਹੁੰਦਾ ਹੋਵੇ ਉਹ ਕਿੱਥੋਂ ਅਵੇਲੇਬਲ ਆ, ਕਿਸ ਤਰ੍ਹਾਂ ਮਿਲ ਸਕਦੀ ਹੈ? ਅਲਫਾਜ਼ੇ ਅਹਿਸਾਸ ਐਮਾਜ਼ੋਨ ਤੇ ਅਸੀਂ ਕੀਤੀ ਹੋਈ ਹੈ, ਉੱਥੇ ਐਮਾਜ਼ੋਨ ਤੋਂ ਉਸਨੂੰ ਆਰਡਰ ਕੀਤਾ ਜਾ ਸਕਦਾ ਹੈ, ਤੇ ਅਦਰਵਾਈਜ਼ ਉਹ ਫੇਸਬੁੱਕ ਤੇ ਵੀ ਮੈਸੇਜ ਜਿਵੇਂ ਮੈਂ ਦੱਸਿਆ ਮੈਸੇਂਜਰ ਦੇ ਥਰੂ ਕਹਿ ਸਕਦੇ ਨੇ, ਤੇ ਉੱਥੋਂ ਵੀ ਅਸੀਂ ਉਹਨਾਂ ਨੂੰ ਫਿਰ ਉਹ ਬੁੱਕ ਭੇਜ ਦਿੰਦੇ ਹਾਂ। ਪਰਜਿੰਦਰ ਕੌਰ ਕਲੇਰ ਜੀ, ਇੱਕ ਤਾਂ ਅਸੀਂ ਮਤਲਬ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੀ ਮਾਂ ਬੋਲੀ ਔਰ ਪੰਜਾਬੀਅਤ ਪ੍ਰਤੀ ਇੰਨੀ ਸ਼ਿੱਦਤ ਨਾਲ ਯਤਨ ਕਰ ਰਹੇ ਹੋ। ਹਾਲਾਂਕਿ ਪੰਜਾਬੀ ਤੁਹਾਡਾ ਵਿਸ਼ਾ ਨਹੀਂ ਹੈ, ਤੁਸੀਂ ਟੈਕਨੀਕਲ ਜਿਹੜੇ ਚੀਜ਼ ਦੇ ਟੀਚਰ ਹੋ ਔਰ ਉਸੇ ਚੀਜ਼ ਤੋਂ ਸਟੱਡੀ ਕੀਤੀ, ਔਰ ਤੁਹਾਡੀ ਜਿਹੜੀ ਮੁੱਢਲੀ ਵਿਦਿਆ ਜਿਹੜੀ ਬੇਸਿਕ ਐਜੂਕੇਸ਼ਨ ਆ ਉਹ ਵੀ ਤੁਹਾਡੀ ਪੰਜਾਬ ਤੋਂ ਬਾਹਰ ਦੀ ਆ। ਇਸ ਦੇ ਬਾਵਜੂਦ ਵੀ ਤੁਸੀਂ ਪੰਜਾਬੀ ਨਾਲ ਜੁੜੇ ਹੋਏ ਹੋ ਔਰ ਪੰਜਾਬੀ 'ਚ ਲਿਖਦੇ ਹੋ, ਔਰ ਇੰਨੀਆਂ ਪ੍ਰੇਰਨਾਦਾਇਕ ਇੰਨੀਆਂ ਵਧੀਆ ਗੱਲਾਂ ਕਰਦੇ ਹੋ, ਕਵਿਤਾਵਾਂ ਸੁਣਾਉਂਦੇ ਵੀ ਹੋ ਔਰ ਗਾਉਂਦੇ ਵੀ ਹੋ। ਇਹਨਾਂ ਸਾਰੀਆਂ ਗੱਲਾਂ ਲਈ ਔਰ ਆਪਣੇ ਇੰਨੀ ਸੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਲਿਸਨਰਸ ਨੂੰ ਇਹਦੇ ਬਾਰੇ ਜਾਣਕਾਰੀ ਦੇਣ ਲਈ, ਉਹਨਾਂ ਨਾਲ ਰਾਬਤਾ ਕਾਇਮ ਕਰਨ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼ੁਕਰੀਆ, ਥੈਂਕ ਯੂ ਜੀ। ਹਾਂਜੀ, ਇਹ ਸੀ ਪਰਜਿੰਦਰ ਕੌਰ ਕਲੇਰ ਜੀ, ਜਿਹੜੇ ਕਿ ਉੱਭਰਦੇ ਕਵਿਤਰੀ ਨੇ। ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਹੁਣ ਬਿੱਟੂ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਦੇਸੀ ਰੇਡੀਓ ਤੇ। ਨੂੰ ਲਾ ਕੇ ਆਵਾਂ ਦੱਸ ਕਿਹੜਾ ਭੱਜਵੇ, ਦੁਨੀਆ ਨੂੰ ਲਾ ਕੇ ਆਵਾਂ ਦੱਸ ਕਿਹੜਾ ਭੱਜਵੇ। ਬਾਬਲੇ ਦੀ ਕੀਤੀ ਮੈਂ ਸੀ ਮਿਹਨਤ ਬਥੇਰੀ ਵੇ, ਤੇਰੀਆਂ ਮੈਂ ਤੇਰੀ ਰਾਂਝਾ, ਤੇਰੀਆਂ ਮੈਂ ਤੇਰੀ ਵੇ, ਤੇਰੀਆਂ ਮੈਂ ਤੇਰੀ ਰਾਂਝਾ, ਤੇਰੀਆਂ ਮੈਂ ਤੇਰੀ ਵੇ। From the Sky News Centre at 4, the Levelling Up Secretary says unlocking the full potential of areas like the north of England and the Midlands, Midlands 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 and the Midlands, Midlands